ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਸਤਿਗੁਰੂ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਜਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ, ਪਿਆਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ, ਜੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਆਗਮਨ ਗੁਰਪੁਰਬ ਸਾਨੂੰ ਸਭ ਨੂੰ ਮਨਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਜੀ ਦੇ ਆਗਮਨ ਹੋਏ ਨੂੰ 400 ਸਾਲ ਸਾਧ ਸੰਗਤ ਜੀ ਸੰਪੰਨ ਹੋਏ ਹਨ। ਉਸ ਸਮੇਂ ਦੀ ਮਹਾਨ ਖੁਸ਼ੀ ਨੂੰ ਮੁੱਖ ਰੱਖ ਕੇ ਗੁਰੂ ਘਰਾਂ ਦੇ ਵਿੱਚ ਸਮਾਗਮ ਹੋ ਰਹੇ ਨੇ। ਖੁਸ਼ੀਆਂ ਖੇੜੇ ਚਾਓ ਹਰ ਸਿੱਖ ਮਨਾਉਣ ਦਾ ਯਤਨ ਕਰ ਰਿਹਾ ਹੈ। ਇਸ ਸਮੇਂ ਸੰਸਾਰ ਦੇ ਉੱਤੇ ਕਰੋਨਾ ਵਰਗੀ ਮਹਾਮਾਰੀ ਜੋ ਹੈ ਉਹ ਫੈਲੀ ਹੋਈ ਹੈ। ਉਹਨੂੰ ਮੁੱਖ ਰੱਖ ਕੇ ਗੁਰੂ ਘਰਾਂ ਦੇ ਵਿੱਚ ਸਮਾਗਮ ਜਿਹੜੇ ਚੱਲ ਰਹੇ ਹਨ, ਕੁਝ ਸੰਕੋਚਵੇਂ ਚੱਲ ਰਹੇ ਹਨ। ਪਰ ਆਪਾਂ ਕੁਝ ਦਿਨ ਦੀ ਕਥਾ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਔਰ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਾਂਗੇ। ਅੱਜ 24 ਤਰੀਕ ਹੈ। 1 ਤਰੀਕ ਨੂੰ 1 ਮਈ ਨੂੰ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਗੁਰਪੁਰਬ ਹੈ। ਹਰ ਸਿੱਖ ਦੇ ਮਨ ਵਿੱਚ ਸਤਿਗੁਰੂ ਜੀ ਦੇ ਆਗਮਨ ਗੁਰਪੁਰਬ ਨੂੰ ਲੈ ਕੇ ਚਾਉ ਹੈ। ਹਰ ਸਿੱਖ ਆਪਣੇ ਪੱਧਰ ਤੇ ਗੁਰੂ ਸਾਹਿਬ ਜੀ ਦਾ ਗੁਰਪੁਰਬ ਮਨਾਉਣ ਦਾ ਯਤਨ ਕਰ ਰਿਹਾ ਹੈ। ਪਰ ਸਭ ਤੋਂ ਵੱਡਾ ਗੁਰਪੁਰਬ ਮਨਾਉਣ ਦਾ ਜਿਹੜਾ ਤਰੀਕਾ ਹੈ ਨਾ, ਉਹਨੂੰ ਧਿਆਨ ਨਾਲ ਸੁਣਿਓ। ਉਹ ਕੀ ਹੈ? ਉਹ ਇਹ ਹੈ,
ਸਤਿਗੁਰੂ ਜੀ ਦੇ ਦੁਆਰਾ ਉਚਾਰਨ ਕੀਤੀ ਹੋਈ ਬਾਣੀ, ਉਸ ਬਾਣੀ ਨੂੰ ਸੁਣ ਕੇ ਉਹਨੂੰ ਵਿਚਾਰੀਏ, ਕਿਤੇ ਸਾਡੇ ਮਨ ਨੂੰ ਜਿਹੜਾ ਹੈ ਉਹ ਹਲੂਣਾ ਵੱਜ ਸਕੇ। ਅੱਜ ਤੋਂ ਕੁਝ ਦਿਨਾਂ ਵਾਸਤੇ ਅਸੀਂ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਬਾਣੀ, ਜਿਹਨੂੰ ਅਸੀਂ ਭੋਗ ਦੇ ਸ਼ਲੋਕ ਕਹਿੰਦੇ ਹਾਂ, ਉਂਝ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਸਿਰਲੇਖ ਭੋਗ ਦੇ ਸ਼ਲੋਕ ਨਹੀਂ ਹਨ। ਜੇ ਪਿੱਛੋਂ ਗੱਲ ਕਰਾਂ, ਪਿੱਛੇ ਸਿਰਲੇਖ ਆ ਰਿਹਾ ਸ਼ਲੋਕ 12 ਤੇ ਵਧੇਕ। ਜਿਨ੍ਹਾਂ ਆਪਣੀ ਜ਼ਿੰਦਗੀ 'ਚ ਸਹਿਜ ਪਾਠ ਕੀਤਾ ਹੈ, ਜਾਂ ਜਿਹੜੇ ਬਾਣੀ ਦੇ ਸ਼ੌਕੀਨ ਨੇ, ਗੁਰਬਾਣੀ ਦੀ ਸੰਥਿਆ ਕਰਦੇ ਆ, ਉਹਨਾਂ ਨੂੰ ਪਤਾ ਹੈ ਸ਼ਲੋਕ 12 ਤੇ ਵਧੇਕ ਸਭ ਰਾਗਾਂ ਦੀ, ਸਵਈਆਂ ਦੀ ਸੰਪੰਨਤਾ ਤੇ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਹਨ। ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਵੀ ਸ਼ਲੋਕ ਨੇ, ਸ੍ਰੀ ਗੁਰੂ ਅੰਗਦ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ ਜੀ, ਸ੍ਰੀ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਲੋਕ ਵੀ ਨੇ। ਰੱਤੇ ਸਈ ਜੇ ਮੁਖ ਨਾ ਮੋੜਨ, ਜਿੰਨੀ ਸੰਯਾਤਾ ਸਾਈ। ਉਸੇ 12 ਤੇ ਵਧੇਕ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਮਹਾਰਾਜ ਜੀ ਦੇ ਸ਼ਲੋਕ ਦਰਜ ਹਨ। ਥੋੜ੍ਹਾ ਜਿਹਾ ਮੈਂ ਮਹਾਰਾਜ ਜੀ ਦੀ ਆਰੰਭਤਾ ਦਾ ਜਿਹੜਾ ਜੀਵਨ ਹੈ ਉਹ ਆਪ ਜੀ ਨੂੰ ਬੇਨਤੀ ਕਰਾਂ, ਫਿਰ ਆਪਾਂ ਸ਼ਲੋਕਾਂ ਦੇ ਅੱਖਰੀ ਅਰਥ ਜਿਹੜੇ ਹੈ ਉਹ ਵਿਚਾਰ ਸਕੀਏ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਲਗਭਗ 57 ਸ਼ਲੋਕ ਨੇ ਦੋਹੇ ਸਮੇਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਅੱਜ ਤੋਂ ਅਸੀਂ ਮਹਾਰਾਜ ਜੀ ਦੇ ਸ਼ਲੋਕਾਂ ਦੀ ਵਿਚਾਰ ਕਰਨੀ ਹੈ। ਪਿਆਰਿਓ, ਆਪਣੇ ਮਨ ਦੀ ਭਾਵਨਾ ਇਸ ਤਰ੍ਹਾਂ ਬਣਾਈਏ, ਗੁਰੂ ਤੇਗ ਬਹਾਦਰ ਜੀ ਦੀ ਹਾਜ਼ਰੀ ਦੇ ਵਿੱਚ ਬੈਠੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਆਪ ਸਮਝਾ ਰਹੇ ਹਨ। ਥੋੜ੍ਹਾ ਜਿਹਾ ਮਹਾਰਾਜ ਜੀ ਦੇ ਆਗਮਨ ਤੇ ਜੀਵਨ ਬਾਰੇ ਬੇਨਤੀ ਕਰਦੇ ਹਾਂ, ਕਿਉਂਕਿ 400 ਸਾਲਾ ਹਰ ਸਿੱਖ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ ਦਾ ਯਤਨ ਕਰ ਰਿਹਾ ਹੈ। ਹਜ਼ੂਰ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਆਗਮਨ ਹੈ, ਆਪ ਸਭ ਨੂੰ ਪਤਾ ਹੈ। ਅਸੀਂ ਸ਼ਹਿਰ ਵਾਲੇ ਹਾਂ, ਗੁਰੂ ਕੇ ਮਹਿਲ ਵਿਖੇ ਹੁੰਦਾ ਹੈ, ਪਰ ਸਾਡੀ ਇਹ ਮਾੜੀ ਗੱਲ ਹੈ, ਅਸੀਂ ਜਾਗਰਤੀ ਨਹੀਂ ਕੌਮ ਵਿੱਚ ਲੈ ਕੇ ਆ ਸਕੇ। ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਪ੍ਰੇਮੀ ਐਸੇ ਨੇ ਜਿਨ੍ਹਾਂ ਨੇ ਅੱਜ ਤੱਕ ਗੁਰਦੁਆਰਾ ਗੁਰੂ ਕੇ ਮਹਿਲ ਦੇ ਦਰਸ਼ਨ ਨਹੀਂ ਕੀਤੇ ਜੀ। 2 ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੇ। ਪਿਆਰਿਓ, ਜਦੋਂ ਮੌਕਾ ਬਣੇ ਉਹਨਾਂ ਅਸਥਾਨਾਂ ਤੇ ਜ਼ਰੂਰ ਨਮਸਕਾਰ ਕਰਿਆ ਕਰੋ। ਉਹ ਕਿਹੜੇ ਨੇ? ਇੱਕ ਅਸਥਾਨ ਹੈ ਸਤਿਗੁਰੂ ਜੀ ਦਾ ਆਗਮਨ ਸਥਲ, ਜਨਮ ਸਥਲੀ, ਗੁਰਦੁਆਰਾ ਗੁਰੂ ਕਾ ਮਹਿਲ। ਇੱਕ ਸਥਾਨ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸਗੰਜ ਸਾਹਿਬ, ਜਿੱਥੇ ਲਗਭਗ 24 ਸਾਲ ਹਰ ਰੋਜ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਜਾ ਕੇ ਨਮਸਕਾਰ ਕਰਦੇ ਸਨ ਜੀ। ਤੁਸੀਂ ਅੰਦਾਜ਼ਾ ਲਾਓ ਉਹ ਕਿੰਨਾ ਮਹਾਨ ਸਥਾਨ ਹੋਏਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੰਮ੍ਰਿਤਸਰ ਦੇ ਵਿੱਚ ਆਗਮਨ ਹੁੰਦਾ ਹੈ। ਪਿਤਾ ਸਤਿਗੁਰੂ ਬਹੁਤ ਵੱਡੇ ਯੋਧੇ ਤੇ ਭਾਰੀ ਸੂਰਮੇ ਨੇ, ਭਾਰੀ ਗੁਰੂ ਨੇ। ਭਾਈ ਗੁਰਦਾਸ ਜੀ ਲਿਖਦੇ ਆ, ਛਠਮ ਪੀਰ ਬੈਠਾ ਗੁਰ ਭਾਰੀ। ਭਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੁੰਦਾ ਹੈ। ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਆਗਮਨ ਹੋਇਆ। ਕਈ ਵੀਰ ਮਾਤਾ ਦਮੋਦਰੀ ਜੀ ਦਾ ਜ਼ਿਕਰ ਕਰਦੇ ਡਰਦੇ ਨੇ ਇਹ ਗੱਲ ਕਰਨ ਲੱਗਿਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ। ਪਿਆਰਿਓ, ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਨੇ, ਅਸੀਂ ਸਤਿਗੁਰੂ 'ਤੇ ਕਦੀ ਸ਼ੱਕ ਨਹੀਂ ਕਰ ਸਕਦੇ। ਮਾਤਾ ਨਾਨਕੀ ਜੀ, ਉਹਨਾਂ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ।
ਜਦੋਂ ਮਹਾਰਾਜ ਦਾ ਆਗਮਨ ਹੁੰਦਾ ਹੈ, ਅੰਮ੍ਰਿਤ ਵੇਲੇ ਦਾ ਉਹ ਸਮਾਂ ਹੈ। ਔਰ ਮੈਂ ਅੱਗੇ ਵੀ ਬੜੀ ਬੜੀ ਬੇਨਤੀ ਕੀਤੀ, ਲੜੀਵਾਰ ਕਥਾ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੈ। ਹਰ ਵਿਅਕਤੀ ਦੇ ਜਨਮ ਦਾ ਜਿਹੜਾ ਸਮਾਂ ਹੈ ਨਾ, ਉਹਦੀ ਜ਼ਿੰਦਗੀ ਵਿੱਚ ਉਹਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਜੇ ਕਿਸੇ ਬਾਲਕ ਦਾ, ਕਿਸੇ ਬੱਚੇ ਦਾ ਅੰਮ੍ਰਿਤ ਵੇਲੇ ਜਨਮ ਹੋਇਆ, ਸਮਝਿਓ ਉਹ ਬੱਚਾ, ਉਹ ਬਾਲਕ ਸਧਾਰਨ ਨਹੀਂ ਹੈ, ਉਹ ਆਪ ਪਰਮੇਸ਼ਰ ਦਾ ਭਗਤ ਪੈਦਾ ਹੋਇਆ। ਅੰਮ੍ਰਿਤ ਵੇਲੇ ਦਾ ਆਪਣਾ ਇੱਕ ਰੁਤਬਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਬਰ ਪਹੁੰਚਦੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਕਰਦੇ ਹੈ। ਭਾਈ ਗੁਰਦਾਸ ਜੀ, ਬਾਬਾ ਬਿਧੀ ਚੰਦ, ਬਾਬਾ ਬੁੱਢਾ ਸਾਹਿਬ ਗੁਰੂ ਕੇ ਮਹਿਲ ਵਿੱਚ ਨਾਲ ਆਉਂਦੇ ਹੈ। ਜਦੋਂ ਆਏ, ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਾਹਿਬਜ਼ਾਦੇ, ਆਪਣੇ ਪੁੱਤਰ ਦੇ ਦਰਸ਼ਨ ਕੀਤੇ ਹੈ। ਪਿਆਰਿਓ, ਪਹਿਲਾ ਸਰੀਰ ਦਾ ਮੇਲਾ ਸੀ। ਇਸ ਗੱਲ ਨੂੰ ਛੋਟਾ ਨਾ ਲਿਓ। ਸਰੀਰ ਦਾ ਪਹਿਲਾ ਮੇਲਾ ਹੈ, ਪਿਤਾ ਤੇ ਪੁੱਤਰ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਸਰੀਰ ਦਾ ਪਹਿਲਾ ਮੇਲਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ। ਵੇਖਦਿਆਂ ਸਾਰ ਚਰਨਾਂ ਵਾਲੇ ਪਾਸੇ ਸਿਰ ਕਰਕੇ ਨਮਸਕਾਰ ਕੀਤੀ ਹੈ ਜੀ। ਤੁਸੀਂ ਅੰਦਾਜ਼ਾ ਲਾਓ, ਮਹਾਰਾਜ ਤੇ ਅਜੇ ਇੱਕ ਕੁਝ ਘੰਟਿਆਂ ਦਾ ਸਰੀਰ ਕਹਿ ਲਈਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਭਾਰੀ ਗੁਰੂ, ਗੁਰਤਾ ਗੱਦੀ ਦੇ ਮਾਲਕ ਨੇ। ਅੱਗੇ ਵੀ ਮਹਾਰਾਜ ਘਰ 4 ਪੁੱਤਰ ਨੇ, ਇੱਕ ਪੁੱਤਰੀ ਹੈ। ਕਦੀ ਕਿਸੇ ਦਾ ਇੰਨਾ ਸਨਮਾਨ ਨਹੀਂ ਸੀ ਕੀਤਾ। ਲਾਗੇ ਖਲੋਤੇ ਭਾਈ ਗੁਰਦਾਸ, ਬਾਬਾ ਬਿਧੀ ਚੰਦ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਇਸ ਬਾਲਕ ਨੂੰ ਸਿਰ ਨਵਾਇਆ, ਸਾਹਿਬਜ਼ਾਦਾ ਜੀ ਨੂੰ। ਮਹਾਰਾਜ ਕੀ ਕਾਰਨ ਹੈ? ਗੁਰੂ ਹਰਗੋਬਿੰਦ ਸਾਹਿਬ ਨੇ 2 ਬਚਨ ਕਹੇ। ਉਹ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਇਨ ਬਿਨ ਢੁਕਦੇ ਹੈ। ਉਹਨਾਂ ਕਿਹਾ ਸੀ, ਭਾਈ ਮੇਰੇ ਇਸ ਪੁੱਤਰ ਦੀ ਪਛਾਣ ਹੋਏਗੀ, ਦੀਨ ਰਸ਼ਕ ਸੰਕਟ ਹਰੈ ਯਹੀ ਸਦਾ ਪਹਿਚਾਨ। ਮੇਰਾ ਇਹ ਪੁੱਤਰ ਸੰਕਟ ਹਰਿਆ ਕਰੇਗਾ ਦੂਜਿਆਂ ਦੇ, ਕਿਸੇ ਨੂੰ ਵੀ ਮੁਸੀਬਤ ਵਿੱਚ ਵੇਖੇਗਾ, ਇਹ ਉਹਦੀ ਮਦਦ ਕਰਿਆ ਕਰੇਗਾ। ਇਹ ਬਚਨ ਕੀਤੇ। ਮੈਂ ਕਿਉਂਕਿ ਆਪਾਂ ਬਾਣੀ ਦੀ ਵਿਚਾਰ ਅੱਜ ਤੋਂ ਆਰੰਭ ਕਰਨੀ ਹੈ, ਥੋੜ੍ਹਾ ਜਿਹਾ ਜੀਵਨ ਦੱਸਾਂਗਾ। ਗੁਰੂ ਤੇਗ ਬਹਾਦਰ ਸਾਹਿਬ ਬਹੁਤ ਜ਼ਿਆਦਾ ਬੈਰਾਗੀ ਰਹਿੰਦੇ ਸਨ। ਗਿਆਨੀ ਗਿਆਨ ਸਿੰਘ ਜੀ ਨੇ ਆਪਣੇ ਗ੍ਰੰਥ 'ਚ ਲਿਖਿਆ, ਉਹ ਕਹਿੰਦੇ ਆਹ ਜਿਹੜੀ ਸਾਡੀ ਜਗ੍ਹਾ ਹੈ ਨਾ, ਅੱਖਾਂ ਦੀ, ਅੱਖਾਂ ਦਾ ਜਿਹੜੀ ਸਾਡੀ ਇਹ ਜਗ੍ਹਾ ਹੈ, ਉਹ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਜਗ੍ਹਾ ਚਿੱਟੀ ਰਹਿੰਦੀ ਸੀ। ਕਾਰਨ ਬੈਰਾਗ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੇਤਰਾਂ ਵਿੱਚ ਹਮੇਸ਼ਾ ਜਲ ਭਰਿਆ ਰਹਿੰਦਾ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਬਚਪਨ 'ਚ ਗੁਰੂ ਸਾਹਿਬ ਨੂੰ ਬਿਠਾ ਕੇ ਬਾਣੀ ਦੀ ਤਾਲੀਮ ਦਿੱਤੀ ਹੈ। ਬਾਬਾ ਬੁੱਢਾ ਸਾਹਿਬ ਇਹ ਬਚਨ ਕੀਤਾ ਸੀ, ਬਾਬਾ ਬੁੱਢਾ ਸਾਹਿਬ ਇਹ ਬਚਨ ਕੀਤਾ ਸੀ, ਹੋ ਸਕਦਾ ਹੈ ਗੁਰੂ ਨਾਨਕ ਸਾਹਿਬ ਨੇ ਮੈਨੂੰ ਇੰਨੀ ਲੰਮੀ ਉਮਰ ਤੁਹਾਡੇ ਵਰਗੇ ਬੰਦਗੀ ਦਾ ਖਜ਼ਾਨਾ ਲੈ ਕੇ, ਜਿਨ੍ਹਾਂ ਨੇ ਧਰਤੀ 'ਤੇ ਆਉਣਾ ਸੀ, ਤੁਹਾਡੇ ਦਰਸ਼ਨਾਂ ਲਈ ਦਿੱਤੀ ਹੋਵੇ ਜੀ। ਇਹ ਬਾਬਾ ਬੁੱਢਾ ਜੀ ਦਾ ਵਚਨ ਸੀ। ਮਹਾਰਾਜ ਬੈਰਾਗ ਵਿੱਚ ਰਹਿੰਦੇ। ਬਚਪਨ ਦੀ ਘਟਨਾ ਤੁਸੀਂ ਬਹੁਤ ਵਾਰ ਸੁਣੀ ਹੈ। ਭਰਾ ਦੀ ਬਰਾਤ ਵਿੱਚ ਆਪਣੇ ਕੱਪੜੇ ਜਿਹੜੇ ਸਨ ਪਾਏ ਹੋਏ, ਕਿਸੇ ਦੂਜੇ ਬੱਚੇ ਨੂੰ ਪਵਾ ਦਿੱਤੇ ਸਨ। ਕੀ ਹੈ? ਇਹ ਤਿਆਗ ਹੈ। ਸਾਧ ਸੰਗਤ, ਇੱਕ ਉਹ ਕੱਪੜਿਆਂ ਵਾਲੀ ਘਟਨਾ ਸੀ। ਇੱਕ ਹੋਰ ਘਟਨਾ ਸੀ ਜਿਹਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਹਰਮੁਖੀ ਜੀਵਨ 'ਤੇ ਵੀ ਬੜਾ ਫਰਕ ਪਿਆ, ਅੰਤਰਮੁਖੀ ਜੀਵਨ 'ਤੇ ਵੀ ਬੜਾ ਫਰਕ ਪਿਆ। ਉਹ ਕੀ ਸੀ? ਉਹ ਇਹ ਸੀ, ਜਦੋਂ ਬਾਬਾ ਅਟਲ ਰਾਏ ਸਾਹਿਬ ਬਚਪਨ ਦੇ ਵਿੱਚ ਹੀ ਪਿਤਾ ਗੁਰੂ ਜੀ ਦੇ ਬਚਨ ਦੇ ਨਾਲ ਸਰੀਰ ਤਿਆਗ ਗਏ ਸਨ ਜੀ। ਇਹ ਸਾਰਾ ਕੁਝ ਚੇਤਾ ਰੱਖਿਓ। ਘਰ ਵਿੱਚ ਜੋ ਹੋਵੇ, ਬੱਚਿਆਂ ਦਾ ਉਸ ਗੱਲ ਨਾਲ ਬੜਾ ਪ੍ਰਭਾਵ ਪੈਂਦਾ ਹੈ, ਉਹਨਾਂ ਦੇ ਉੱਤੇ ਅਸਰ ਹੁੰਦਾ ਹੈ ਉਸ ਗੱਲ ਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸ ਗੱਲ ਦਾ ਸਤਿਗੁਰੂ ਦੇ ਮਨ ਉੱਤੇ ਅਸਰ ਹੋਇਆ ਸੀਗਾ।
ਮਹਾਰਾਜ ਸੱਚੇ ਪਾਤਸ਼ਾਹ ਬੈਰਾਗ 'ਚ ਰਹਿੰਦੇ ਹੈ। ਪ੍ਰਿੰਸੀਪਲ ਸਤਬੀਰ ਸਿੰਘ ਤੇ ਵੀ ਲਿਖਦੇ, ਉਹ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਦੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਆਪਣਾ ਚਿਹਰਾ ਜਿਹੜਾ ਸੀ ਨਾ ਉਹ ਉੱਚਾ ਕਰਕੇ ਨਹੀਂ ਸੀ ਬੈਠਦੇ ਹੁੰਦੇ। ਇਹਨੂੰ ਫਿਰ ਧਿਆਨ ਨਾਲ ਸੁਣਿਓ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਆਪਣਾ ਚਿਹਰਾ ਉੱਚਾ ਕਰਕੇ ਨਹੀਂ ਸੀ ਬੈਠਦੇ। ਇੱਕ ਦਿਨ ਸੰਗਤਾਂ ਨੇ ਪੁੱਛਿਆ, ਮਹਾਰਾਜ ਤੁਹਾਡੇ ਬਾਕੀ ਸਾਹਿਬਜ਼ਾਦੇ ਵੀ ਨੇ, ਬਾਬਾ ਗੁਰਦਿੱਤਾ ਜੀ ਨੇ, ਬਾਬਾ ਅਣੀ ਰਾਏ ਜੀ ਨੇ, ਬਾਬਾ ਸੂਰਜਮਲ ਨੇ, ਪਰ ਜਿਹੜੇ ਛੋਟੇ ਨੇ ਇਹਨਾਂ ਕਦੀ ਸਿਰ ਨਹੀਂ ਤਾਂ ਚੁੱਕਿਆ, ਸਿਰ ਨੀਵਾਂ ਕਿਉਂ ਰੱਖਦੇ ਆ? ਗੁਰੂ ਹਰਗੋਬਿੰਦ ਸਾਹਿਬ ਨੇ ਸਤਿਗੁਰੂ ਜੀ ਨੂੰ ਪੁੱਛਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਸੰਗਤ ਪੁੱਛ ਰਹੀ ਹੈ ਤੁਸੀਂ ਸਿਰ ਨੀਵਾਂ ਕਿਉਂ ਰੱਖਦੇ ਹੋ? ਸਿਰ ਨੀਵਾਂ ਹੀ ਰੱਖਿਆ। ਗੁਰੂ ਤੇਗ ਬਹਾਦਰ ਸਾਹਿਬ ਉੱਤਰ ਦਿੰਦੇ ਆ, ਕਹਿੰਦੇ ਸਤਿਗੁਰੂ ਜਿਹਨੂੰ ਅੰਦਰ ਦੇ ਔਗੁਣਾਂ ਦਾ ਪਤਾ ਹੋਵੇ ਉਹਦੇ ਸਾਹਮਣੇ ਸਿਰ ਤਾਂ ਨਹੀਂ ਕੀਤਾ ਜਾਂਦਾ। ਮੇਰੀ ਹਿੰਮਤ ਨਹੀਂ ਪੈਂਦੀ ਆਪ ਜੀ ਦੇ ਨਾਲ ਚਿਹਰਾ ਮਿਲਾ ਸਕਾਂ, ਕਿਉਂਕਿ ਮੇਰੇ ਅੰਦਰ ਬਹੁਤ ਜ਼ਿਆਦਾ ਔਗੁਣ ਹਨ। ਕਿੰਨੀ ਨਿਮਰਤਾ ਹੈ, ਬਹੁਤ ਗਹਿਰ ਗੰਭੀਰ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੇ ਜੀਵਨ ਵੇਖਣਾ, ਕਿਤੇ ਆਪਣੇ ਜੀਵਨ 'ਚ ਇੱਕ ਦਿਨ ਇਸ ਤਰੀਕੇ ਨਾਲ ਬਤੀਤ ਕਰਕੇ ਵੇਖ ਲਿਓ, ਤੁਹਾਨੂੰ ਥੋੜ੍ਹਾ ਜਿਹਾ ਅੰਦਾਜ਼ਾ ਹੋ ਜਾਏਗਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਕਿਸ ਤਰ੍ਹਾਂ ਦਾ ਸੀਗਾ ਜੀ। ਮਹਾਰਾਜ ਜੀ ਨੇ ਸ਼ਾਂਤ ਰਹਿਣਾ। ਸਾਰੇ ਬਾਹਰੋਂ ਕਹਿੰਦੇ ਸਨ ਭੋਲੇ ਨੇ। ਆਮ ਤੌਰ 'ਤੇ ਜਿਹੜਾ ਬੱਚਾ ਬਹੁਤੀ ਗੱਲ ਨਾ ਕਰੇ, ਕਈ ਕਹਿ ਦਿੰਦੇ ਜੀ ਇਹ ਡਿਪਰੈਸ਼ਨ 'ਚ ਚਲੇ ਗਿਆ। ਚਲੋ ਉਹ ਰੋਗ ਹੈ ਇੱਕ, ਕਹਿੰਦੇ ਭੋਲਾ ਹੈ। ਮਹਾਰਾਜ ਸ਼ਾਂਤ ਰਹਿੰਦੇ ਆ। ਅਤੇ ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਭਾਈ ਗੁਰਦਾਸ ਜੀ ਨੇ ਦੱਸਿਆ, ਉਹ ਕਹਿੰਦੇ ਦੋ ਤਰੀਕਿਆਂ ਦੇ ਬੰਦੇ ਚੁੱਪ ਰਹਿੰਦੇ ਆ। ਇੱਕ ਰੱਬ ਦੇ ਪਿਆਰੇ ਚੁੱਪ ਰਹਿੰਦੇ ਆ, ਦੂਜੇ ਕਪਟੀ ਬੰਦੇ ਚੁੱਪ ਰਹਿੰਦੇ ਆ। ਉਹ ਕਹਿੰਦੇ ਜਿਹੜੇ ਕਪਟੀ ਬੰਦੇ ਆ ਨਾ, ਇਹਨਾਂ ਦੀ ਕਪਟ ਪਿੱਛੇ ਇਹਨਾਂ ਦਾ ਛਲ ਕਪਟ ਹੁੰਦਾ ਹੈ, ਆਪਣੇ ਦਿਲ ਦਾ ਭੇਤ ਨਹੀਂ ਕਿਸੇ ਨੂੰ ਦਿੰਦੇ। ਮੈਂ ਅੱਜ ਕਿਸੇ ਗੁਰਮੁਖ ਦੇ ਦਰਸ਼ਨ ਕੀਤੇ, ਉਹ ਸਿੰਘ ਬੜੀ ਬਾਣੀ ਪੜ੍ਹਦਾ ਸੀ, ਉਹਦੇ ਲਾਗੇ ਹੋਰ ਸਿੰਘ ਸਿਆਸਤ ਦੀਆਂ ਹੋਰ ਗੱਲਾਂ ਕਰ ਰਹੇ ਸਨ। ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਸਿੰਘ ਬੈਠਾ ਉਹਨਾਂ ਦੇ ਵਿੱਚ ਹੀ ਹੈ, ਪਰ ਉਹ ਆਪਣੇ ਬਾਣੀ ਦੇ ਅਭਿਆਸ 'ਚ ਲੱਗਾ ਹੋਇਆ ਸੀਗਾ ਜੀ। ਉਹ ਉਹਨਾਂ ਦਾ ਗੱਲ ਦਾ ਜਵਾਬ ਨਹੀਂ ਸੀ ਦੇ ਰਿਹਾ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਸਾਰੇ ਕਹਿੰਦੇ ਵਿਦਵਾਨ ਜਿੰਨੇ ਪੜ੍ਹ ਲਓ, ਮਹਾਰਾਜ ਸ਼ਾਂਤ ਰਹਿੰਦੇ, ਚੁੱਪ ਰਹਿੰਦੇ। ਵਾਹਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਆ, ਸਿੱਖੋ ਰੱਬ ਦੇ ਪਿਆਰੇ ਦੀ ਚੁੱਪ ਪਿੱਛੇ ਰੱਬ ਦੀ ਯਾਦ ਹੁੰਦੀ ਹੈ ਜੀ। ਆਮ ਲੋਕਾਂ ਵਿੱਚ ਬਹਿ ਵੀ ਜਾਵੇ, ਉਹ ਵਾਧੂ ਗੱਲਾਂ ਨਹੀਂ ਤੇ ਕਰਦਾ। ਅਸੀਂ ਵੇਖ ਲਈਏ, ਸੱਚੀ ਗੱਲ ਹੈ, ਦੁਨਿਆਵੀ ਗੱਲਾਂ ਕਰਨ ਲੱਗਿਆਂ ਸਾਨੂੰ ਬਹੁਤ ਸਵਾਦ ਆਉਂਦਾ ਹੈ। ਅਤੇ ਮਾਫ਼ ਕਰਿਓ, ਕਈ ਤੇ ਬੰਦੇ ਫਿਰ ਸੁਣਨ ਦੇ ਇੰਨੇ ਇੱਛੁਕ ਹੁੰਦੇ ਆ, ਉਹ ਕਹਿੰਦੇ ਹੋਰ ਕੀ ਹੋਇਆ, ਅੱਗੇ ਕੀ ਹੋਇਆ। ਬੰਦਾ ਵੀ ਮਸਾਲੇ ਲਾ ਲਾ ਕੇ ਦੱਸਦਾ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਦਾ ਐਸਾ ਜੀਵਨ ਨਹੀਂ ਸੀਗਾ ਜੀ। ਚੁੱਪ ਕਿਉਂ ਨੇ? ਭਾਈ ਸਾਹਿਬ ਨੇ ਪ੍ਰਮਾਣ ਦਿੱਤਾ। ਉਹ ਕਹਿੰਦੇ ਆ, ਵੇਖੋ ਜਿਹੜੀ ਸਿੱਪੀ ਹੈ, ਸਿੱਪੀ ਦਾ ਮੂੰਹ ਖੁੱਲ੍ਹਾ ਹੁੰਦਾ, ਤੁਸੀਂ ਬੰਦ ਕਰਨ ਦਾ ਯਤਨ ਕਰੋ, ਬੰਦ ਨਹੀਂ ਹੋਏਗਾ। ਜਿਸ ਦਿਨ ਉਸ ਸਿੱਪੀ ਵਿੱਚ ਸਵਾਂਤੀ ਬੂੰਦ ਪੈਂਦੀ ਹੈ ਨਾ, ਇਹ ਬੜੀਆਂ ਬੂੰਦਾਂ ਤੋਂ ਬਾਅਦ ਮੀਂਹ ਦੇ ਵਿੱਚ ਕੋਈ ਇੱਕ ਅੱਧੀ ਸਵਾਂਤੀ ਬੂੰਦ ਹੁੰਦੀ ਹੈ, ਜਿਸ ਦਿਨ ਉਹਦੇ ਵਿੱਚ ਸਵਾਂਤੀ ਬੂੰਦ ਪੈਂਦੀ ਹੈ, ਸਿੱਪੀ ਦਾ ਮੂੰਹ ਆਪੇ ਬੰਦ ਹੋ ਜਾਂਦਾ ਹੈ। ਤੁਸੀਂ ਉਹਨੂੰ ਖੋਲ੍ਹਣ ਦਾ ਯਤਨ ਕਰੋ, ਖੁੱਲ੍ਹੇਗਾ ਨਹੀਂ। ਭਾਈ ਸਾਹਿਬ ਲਿਖਦੇ, ਕਹਿੰਦੇ ਖਾਲੀ ਮੂੰਹ ਗੱਲਾਂ ਕਰਦੇ ਆ, ਜਿਸ ਮੂੰਹ ਵਿੱਚ ਛਕਣ ਵਾਲਾ ਪਦਾਰਥ ਆਵੇ ਉਹਦੇ ਕੋਲੋਂ ਗੱਲ ਨਹੀਂ ਹੋ ਸਕਦੀ ਜੀ। ਉਹ ਕਹਿੰਦੇ ਆ, ਭਾਈ ਭੌਰਾ ਫੁੱਲ 'ਤੇ ਬੈਠਣ ਤੋਂ ਪਹਿਲਾਂ ਗੁੰਜਾਣਾ ਪਾਉਂਦਾ, ਪਰ ਜਦੋਂ ਉਹ ਫੁੱਲ ਉੱਤੇ ਬੈਠ ਗਿਆ, ਉਹਨੂੰ ਰਸ ਆ ਗਿਆ, ਫਿਰ ਭੌਰਾ ਗੂੰਜਾਂ ਨਹੀਂ ਪਾਉਂਦਾ, ਉਹ ਰਸ ਚੂਸਦਾ। ਗੁਰੂ ਤੇਗ ਬਹਾਦਰ ਸਾਹਿਬ ਸ਼ਾਂਤ ਰਹਿੰਦੇ ਆ, ਚੁੱਪ ਰਹਿੰਦੇ ਆ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚੁੱਪ ਪਿੱਛੇ ਵਾਹਿਗੁਰੂ ਜੀ ਦੀ ਯਾਦ ਰਹਿੰਦੀ ਹੈ।
ਮਹਾਰਾਜ ਸਦਾ ਸ਼ਾਂਤ ਰਹਿੰਦੇ ਆ। ਤੇ 2 ਕੁ ਪਹਿਲੂ ਮੈਂ ਦੱਸ ਕੇ ਸ਼ਲੋਕਾਂ ਵਾਲੇ ਪਾਸੇ ਆਉਣ ਦਾ ਯਤਨ ਕਰਾਂਗਾ। ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਚਪਨ 'ਚ ਭਾਂਡੇ ਮਾਂਜਣੇ, ਸੇਵਾ ਕਰਨੀ, ਸਿਮਰਨ ਕਰਨਾ, ਬਾਣੀ ਪੜ੍ਹਦੇ ਰਹਿਣਾ ਔਰ ਬੈਰਾਗ ਆਉਣਾ ਜੀ, ਬੈਰਾਗ ਆਉਣਾ। ਗਿਆਨੀ ਮਾਨ ਸਿੰਘ ਝੌਰ ਉਹ ਆਪਣੀ ਕਥਾ 'ਚ ਦੱਸਦੇ, ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਥਾ ਸੁਣਦੇ ਹੋ, ਜੀਵਨ ਪੜ੍ਹਦੇ ਹੋ, ਕਹਿੰਦੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਰੋਸੇ 'ਤੇ ਗੱਲ ਕਹਿਣਾ ਹੈ। ਗੁਰੂ ਤੇਗ ਬਹਾਦਰ ਸਾਹਿਬ ਆਪਣੀ ਜ਼ਿੰਦਗੀ ਵਿੱਚ ਕਦੀ ਚੰਚਲਤਾਈ ਦੇ ਨਾਲ ਹੱਸੇ ਨਹੀਂ ਹੋਣਗੇ ਜੀ। ਅਸੀਂ ਹਾਸਾ ਮਖੌਲ ਠੱਠਾ ਕਰਦੇ ਹਾਂ, ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਹਾਸਾ ਮਖੌਲ ਠੱਠਾ ਉਹਨਾਂ ਦੇ ਜੀਵਨ ਵਿੱਚ ਹੀ ਨਹੀਂ ਸੀਗਾ ਜੀ। ਉਂਝ ਮੁਸਕਰਾਉਣਾ ਗੱਲ ਹੋਰ ਤੇ ਚੰਚਲਤਾਈ ਦੇ ਵਿੱਚ ਹੱਸਣਾ ਗੱਲ ਹੋਰ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਦੀ ਚੰਚਲਤਾਈ ਵਿੱਚ ਹੱਸੇ ਨਹੀਂ ਸਨ ਜੀ। ਜਿਸ ਦਿਨ ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਨੂੰ ਮਿਲਦੀ, ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨੇ ਗੁਰੂ ਹਰਿਰਾਏ ਸਾਹਿਬ, ਤੇ ਮਾਤਾ ਨਾਨਕੀ ਜੀ ਨੇ ਪੁੱਛਿਆ, ਮਹਾਰਾਜ ਪੋਤਰੇ ਨੂੰ ਗੱਦੀ ਦੇਤੀ ਹੈ, ਮੇਰਾ ਪੁੱਤਰ ਕਦੀ ਮਸੰਦਾਂ ਨਾਲ ਨਹੀਂ ਮਿਲਦਾ, ਮੇਰਾ ਪੁੱਤਰ ਕਦੀ ਕਿਸੇ ਨਾਲ ਮਿਲਦਾ ਨਹੀਂ ਹੈ, ਇਕੱਲਾ ਰਹਿ ਕੇ ਖੁਸ਼ ਹੈ, ਚੁੱਪ ਰਹਿ ਕੇ ਖੁਸ਼ ਹੈ, ਉਹਦਾ ਕੀ ਬਣੇਗਾ। ਚੇਤੇ ਰੱਖਿਓ, ਪਤਾ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਜੋਤੀ ਜੋਤ ਸਮਾ ਜਾਣਾ ਹੈ। ਹੁਣ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾ ਗਏ ਤੇ ਮੇਰੇ ਪੁੱਤਰ ਦਾ ਕੀ ਬਣੇਗਾ। ਹੁਸ਼ਿਆਰ ਬੱਚਿਆਂ ਨੂੰ ਕੋਈ ਅਸਰ ਨਹੀਂ ਹੁੰਦਾ, ਉਹਨਾਂ ਦੇ ਮਾਤਾ ਪਿਤਾ ਚਾਲਾ ਪਾ ਜਾਣ, ਪਿਆਰੇ ਉਹਨਾਂ ਦੀ ਜ਼ਿੰਦਗੀ ਦਾ ਗੁਜ਼ਾਰਾ ਚੱਲਦਾ ਰਹਿੰਦਾ ਹੈ। ਜਿਹਨੂੰ ਕੁਝ ਕਰਨਾ ਨਹੀਂ ਆਉਂਦਾ, ਮਾਂ ਪਿਓ ਵੀ ਉਹਦੇ ਲਈ ਚਿੰਤਤ ਹੁੰਦੇ ਆ, ਸਾਡੇ ਪਿੱਛੋਂ ਇਹ ਬੱਚਾ ਕੀ ਕਰੇਗਾ। ਮਾਤਾ ਨਾਨਕੀ ਜੀ ਨੇ ਪੁੱਛਿਆ, ਮਹਾਰਾਜ ਤੁਸੀਂ ਗੁਰਤਾ ਗੱਦੀ ਉਹਨਾਂ ਨੂੰ ਦੇਤੀ, ਇਹ ਕੀ ਕਰਨਗੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਰੁਮਾਲ ਦਿੱਤਾ, ਪੋਥੀ ਸਾਹਿਬ ਦਿੱਤੀ, ਸ਼ਸਤਰ ਦਿੱਤੇ, ਬਚਨ ਕੀਤਾ, ਨਾਨਕੀ ਜੋ ਤੇਰੇ ਪੁੱਤਰ ਨੇ ਕਰਨਾ ਹੈ ਨਾ, ਦੁਨੀਆ 'ਚ ਕੋਈ ਨਹੀਂ ਕਰ ਸਕਦਾ। ਕਹਿਣ ਨਹੀਂ, ਕੌਣ ਹੈ ਦੂਜੇ ਧਰਮ ਨੂੰ ਬਚਾਉਣ ਵਾਸਤੇ ਸ਼ਹੀਦੀ ਦੇਵੇ। ਨਾਲ ਪੋਥੀ ਸਾਹਿਬ ਵੀ ਦਿੱਤੀ, ਸ਼ਸਤਰ ਵੀ ਦਿੱਤੇ। ਕਹਿਣ ਲੱਗੇ ਹੋਰ ਸੁਣ, ਪਹਿਲਾ ਸੀ ਜੋ ਤੇਰੇ ਪੁੱਤਰ ਨੇ ਕਰਨਾ ਦੁਨੀਆ 'ਚ ਨਹੀਂ ਕੋਈ ਕਰ ਸਕਦਾ। ਦੂਜੀ ਗੱਲ ਇਹ, ਤੇਰੇ ਪੁੱਤਰ ਦੇ ਘਰ ਜਿਹੜਾ ਪੁੱਤਰ ਪੈਦਾ ਹੋਣਾ ਹੈ ਨਾ, ਉਹਦੇ ਵਰਗਾ ਦੁਨੀਆ 'ਚ ਦੂਜਾ ਕੋਈ ਨਹੀਂ ਹੋਣਾ। ਆ ਪੋਥੀ ਆਪਣੀ ਨੂੰਹ ਨੂੰ ਦੇ ਦੀ। ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਰਤਾਰਪੁਰ ਸਾਹਿਬ। ਮਾਤਾ ਗੁਜਰੀ ਜੀ ਲਾਲ ਚੰਦ ਜੀ ਦੀ ਪੁੱਤਰੀ। ਉਂਝ 2 ਮਾਤਾ ਗੁਜਰੀ ਜੀ ਦੇ ਭਰਾ ਨੇ, ਇੱਕ ਨੇ ਮਾਮਾ ਕਿਰਪਾਲ ਚੰਦ ਜੀ, ਇੱਕ ਨੇ ਮਾਮਾ ਮਿਹਰ ਚੰਦ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ। ਕਰਤਾਰਪੁਰ ਸਾਹਿਬ ਜਿਹੜਾ ਸੀ ਉਹ ਬਾਬਾ ਲਾਲ ਚੰਦ ਜੀ ਆ ਕੇ ਵਸੇ ਸਨ। ਜਿਹੜਾ ਪਹਿਲਾ ਪਿੰਡ ਸੀ ਨਾ, ਉਹ ਹਰਿਆਣੇ ਦੇ ਵਿੱਚ ਲਖਨੌਰ ਪਿੰਡ, ਉੱਥੇ ਲਖਨੌਰ ਪਿੰਡ ਵਿੱਚ ਬਾਬਾ ਮਿਹਰ ਚੰਦ ਜੀ ਰਹਿੰਦੇ ਸਨ। ਉਹ ਮਹਾਰਾਜ ਨੇ ਪੋਥੀ ਦੇ ਕੇ ਕਿਹਾ ਸੀ, ਮੇਰੀ ਨੂੰਹ ਨੂੰ, ਸਾਡੀ ਨੂੰਹ ਨੂੰ ਇਹ ਪੋਥੀ ਦੇਣੀ ਹੈ, ਉਹਨਾਂ ਨੂੰ ਕਹਿਣਾ ਬਾਣੀ ਦਾ ਅਭਿਆਸ ਕਰਿਓ, ਤੁਹਾਡੇ ਘਰ ਜੋਧਾ ਪੁੱਤਰ ਪੈਦਾ ਹੋਏਗਾ। ਬਾਬਾ ਬਕਾਲਾ ਸਾਹਿਬ ਇਸ਼ਾਰਾ ਕੀਤਾ, ਮਹਾਰਾਜ ਬਾਬਾ ਬਕਾਲਾ ਸਾਹਿਬ ਚਲੇ ਗਏ। ਬਾਬਾ ਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਿਉਂ ਗਏ, ਇਹਦਾ ਮੈਂ ਥੋੜ੍ਹਾ ਜਿਹਾ ਜ਼ਿਕਰ ਕਰ ਦਿਆਂ। ਮੈਂ ਸ਼ਲੋਕਾਂ ਦੀ ਕਥਾ ਜਿਹੜੀ ਅੱਜ ਆਪਾਂ ਆਰੰਭ ਕਰਨੀ, ਕੇਵਲ ਥੋੜ੍ਹਾ ਜਿਹਾ ਆਰੰਭਕ ਜੀਵਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਮਹਾਰਾਜ ਬਾਬਾ ਬਕਾਲਾ ਸਾਹਿਬ ਕਿਉਂ ਗਏ, ਉਹਦਾ ਕਾਰਨ ਹੈ। ਬਾਬਾ ਬਕਾਲਾ ਸਾਹਿਬ ਇੱਕ ਸਿੱਖ ਸੀ ਜਿਹਦਾ ਨਾਮ ਸੀ ਭਾਈ ਮਹਿਰਾ, ਜਾਤ ਵਾਲਾ ਮਹਿਰਾ ਨਹੀਂ, ਭਾਈ ਮਹਿਰਾ। ਭਾਈ ਮਹਿਰੇ ਦੀ ਬੇਨਤੀ ਨੂੰ ਮੰਨ ਕੇ ਗੁਰੂ ਹਰਗੋਬਿੰਦ ਸਾਹਿਬ ਉਹਦੇ ਘਰ ਇੱਕ ਰਾਤ ਰਹੇ ਸਨ। ਭਾਈ ਮਹਿਰੇ ਨੇ ਕਿਹਾ ਸੀ, ਮਹਾਰਾਜ ਕਿਰਪਾ ਕਰੋ, ਕੁਝ ਰਾਤਾਂ ਹੋਰ ਮੇਰੇ ਘਰ ਰਹੋ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਭਾਈ ਮਹਿਰੇ
ਸਮਾਂ ਆਏਗਾ, ਕੁਝ ਰਾਤਾਂ ਨਹੀਂ, ਕਈ ਸਾਲ ਤੇਰੇ ਘਰ ਆ ਕੇ ਰਹਾਂਗੇ। ਉਹ ਸਮਾਂ ਉੱਥੇ ਹੋਇਆ। ਬਾਬਾ ਬਕਾਲਾ ਸਾਹਿਬ ਜ਼ਿੰਦਗੀ ਦਾ ਸਭ ਤੋਂ ਵੱਧ ਸਮਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰਹੇ ਹੈ। ਉੱਥੇ ਭੋਰਾ ਵੀ ਹੈ। ਮਹਾਰਾਜ ਨੇ ਉੱਥੇ ਅਕਾਲ ਪੁਰਖ ਦੀ ਬੰਦਗੀ ਕੀਤੀ, ਜਿਸ ਦੇ ਬਾਰੇ ਸਾਨੂੰ ਉਪਦੇਸ਼ ਦਿੰਦੇ ਆ ਨਾ, ਸਿੱਖੋ ਵਾਹਿਗੁਰੂ ਜੀ ਦਾ ਭਜਨ ਕਰੋ। ਮੇਰੇ ਵਰਗਾ ਤੁਹਾਨੂੰ ਕਹੇਗਾ, ਸੰਗਤ ਦੀ ਕੋਈ ਅਸਰ ਨਹੀਂ ਪਏਗਾ। ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿਣ ਤੋਂ ਪਹਿਲਾਂ ਬੰਦਗੀ ਖੁਦ ਕੀਤੀ ਹੈ ਜੀ। ਛੋਟੀ ਜਿਹੀ ਉਹ ਥਾਂ ਹੈ ਜਿੱਥੇ ਮਹਾਰਾਜ ਨੇ ਬੈਠ ਕੇ ਜਪ ਤਪ ਭਜਨ ਕੀਤਾ। ਜਦੋਂ ਜਾਓਗੇ ਇੱਕ ਵੱਡਾ ਮੇਨ ਦਰਬਾਰ ਹੈ, ਇੱਕ 9 ਮੰਜ਼ਿਲਾ ਉੱਚੀ ਬਿਲਡਿੰਗ ਹੈ। ਉੱਥੇ ਜਦੋਂ ਨਮਸਕਾਰ ਕਰਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ, ਸਾਹਮਣੇ ਵੇਖਿਓ ਸੰਗਤ ਜੀ, ਸੰਗਮਰਮਰ ਦੀਆਂ ਪੌੜੀਆਂ ਬੜੀਆਂ ਛੋਟੀਆਂ, 2 ਜਾਂ 4 ਸਟੈਪ ਹੋਣਗੇ। ਉੱਥੇ ਜਿੱਡਾ ਪੀੜਾ ਸਾਹਿਬ ਹੈ, ਇੰਨੀ ਕੁ ਥਾਂ ਹੈ ਸਾਧ ਸੰਗਤ ਜੀ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸਾਰਾ ਦਿਨ ਬਹਿ ਕੇ ਭਜਨ ਕਰਦੇ ਸਨ। ਸਾਰਾ ਦਿਨ ਬਹਿ ਕੇ। ਕਈ ਕਹਿੰਦੇ ਆ ਮਹਾਰਾਜ ਪ੍ਰਚਾਰ ਕਰਦੇ ਰਹੇ। ਚੇਤਾ ਰੱਖੋ, ਜਿੱਥੇ ਗੁਰੂ ਸਾਹਿਬ ਜਾਂਦੇ ਆ ਉੱਥੇ ਅਸਥਾਨ ਬਣੇ ਹੋਏ ਆ। ਜੇ ਬਾਬਾ ਬਕਾਲਾ ਸਾਹਿਬ ਦੇ ਲਾਗੇ ਪ੍ਰਚਾਰ ਕਰਦੇ ਰਹੇ, ਉੱਥੇ ਅਸਥਾਨ ਨਹੀਂ ਹੈਗਾ ਕੋਈ, ਕੇਵਲ ਉਹ ਅਸਥਾਨ ਹੈ। ਹਾਂ, ਸ਼ਾਮ ਨੂੰ ਗੁਰੂ ਤੇਗ ਬਹਾਦਰ ਸਾਹਿਬ ਘੋੜੀ ਤੇ ਬੈਠ ਕੇ ਬਾਹਰ ਕਿਤੇ ਕਿਤੇ ਨਿਕਲਦੇ ਸਨ ਸੈਰ ਕਰਨ ਵਾਸਤੇ ਜੀ। ਬਹੁਤਾ ਸਮਾਂ ਭਜਨ 'ਚ ਲੀਨ ਰਹਿਣਾ, ਬੰਦਗੀ ਕਰਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਇੱਥੋਂ ਫਿਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਸਰੀਰ ਤਿਆਗਦੇ ਹੈ, ਬੜੀ ਅਚਰਜ ਘਟਨਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਗੁਰਤਾ ਗੱਦੀ ਮਿਲੀ, ਬੜੀ ਅਚਰਜ ਘਟਨਾ। ਆਮ ਜਦੋਂ ਸਤਿਗੁਰੂ ਨੂੰ ਗੁਰਤਾ ਗੱਦੀ ਮਿਲੀ, ਪਹਿਲੇ ਗੁਰੂ ਨੇ ਸਰੀਰ ਰੂਪੀ ਪਰਿਕਰਮਾ ਕਰਕੇ ਮੱਥਾ ਟੇਕਿਆ। ਗੁਰੂ ਹਰਕ੍ਰਿਸ਼ਨ ਸਾਹਿਬ ਸਰੀਰ ਤਿਆਗ ਰਹੇ ਹੈ, ਗੁਰਤਾ ਗੱਦੀ ਦੀ ਸਮੱਗਰੀ ਕੋਲ ਪਈ ਸੀ, ਨਾਰੀਅਲ ਪਿਆ ਸੀ, ਹੋਰ ਸੀ। ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਹੱਥ ਨਾਲ ਨਾਰੀਅਲ ਦੀ ਪਰਿਕਰਮਾ ਕੀਤੀ ਜੀ। ਹੱਥ ਨਾਲ ਪਰਿਕਰਮਾ ਕਰਕੇ 3 ਵਾਰ ਕਿਹਾ ਸੀ, ਬਾਬਾ ਬਕਾਲੇ, ਬਾਬਾ ਬਕਾਲੇ, ਬਾਬਾ ਬਕਾਲੇ। ਪਰ ਚੇਤਾ ਰੱਖੋ, ਉਹ ਜਿਹੜਾ 3 ਵਾਰ ਹੱਥ ਨਾਲ ਪਰਿਕਰਮਾ ਕੀਤੀ ਨਾ, ਅਸਲ 'ਚ ਸਾਨੂੰ ਨਹੀਂ ਗੁਰੂ ਦੇ ਕੌਤਕਾਂ ਦਾ ਪਤਾ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਸੁਰਤ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ 3 ਪਰਿਕਰਮਾਵਾਂ ਦਿੱਲੀ ਦੀ ਧਰਤੀ ਤੇ ਕੀਤੀਆਂ ਸਨ। ਪਰਿਕਰਮਾ ਉੱਥੇ ਹੋ ਰਹੀ ਹੈ, ਕਰ ਉੱਥੇ ਰਹੇ ਹੈ, ਹੋ ਬਾਬੇ ਬਕਾਲਾ ਸਾਹਿਬ ਰਹੀ ਸੀਗੀ ਜੀ। ਪਰਿਕਰਮਾ ਕੀਤੀ ਹੈ 3 ਵਾਰ। ਬਾਬਾ ਬਕਾਲਾ ਸ਼ਬਦ ਵਰਤਿਆ। ਨਗਰ ਦਾ ਨਾਮ ਸੀ ਬਕਾਲਾ। ਬਾਬਾ ਬਕਾਲਾ ਕਿਉਂ ਪਿਆ? ਗੁਰੂ ਹਰਕ੍ਰਿਸ਼ਨ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਰਿਸ਼ਤੇਦਾਰੀ ਹੈ। ਰਿਸ਼ਤੇ ਵਿੱਚ ਬਾਬੇ ਲੱਗਦੇ ਨੇ, ਦਾਦੇ ਲੱਗਦੇ ਗੁਰੂ ਤੇਗ ਬਹਾਦਰ ਸਾਹਿਬ। ਉਹ ਕਿਵੇਂ? ਉਹ ਵੀ ਸੁਣਿਓ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪਿਤਾ ਕੌਣ ਨੇ? ਸ੍ਰੀ ਗੁਰੂ ਹਰਿਰਾਏ ਸਾਹਿਬ। ਤੇ ਗੁਰੂ ਹਰਿਰਾਏ ਸਾਹਿਬ ਦੇ ਪਿਤਾ ਕੌਣ ਨੇ? ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਸਕੇ ਭਰਾ ਨੇ। ਤੇ ਦਾਦੇ ਦਾ ਭਰਾ ਦਾਦਾ ਹੀ ਹੁੰਦਾ ਹੈ। ਤੇ ਆਪਾਂ ਵੇਖ ਲਈਏ ਸੰਗਤ ਜੀ, ਦਾਦੇ ਨੂੰ ਬਾਬਾ ਵੀ ਕਹਿ ਲੈਂਦੇ ਸੀਗੇ ਜੀ। ਬਾਬੇ ਦਾ ਭਰਾ ਕੀ ਲੱਗਾ? ਬਾਬਾ ਹੀ ਲੱਗਾ ਜੀ। ਇਸ ਕਰਕੇ ਮਹਾਰਾਜ ਨੇ ਸ਼ਬਦ ਵਰਤਿਆ, ਬਾਬਾ ਬਕਾਲੇ। ਸਤਿਗੁਰੂ ਬਕਾਲੇ ਨੇ। ਬਾਬਾ ਮੇਰਾ ਬਾਬਾ ਬਕਾਲੇ ਹੈ, ਉੱਥੇ ਗੱਦੀ ਹੈ, ਉੱਥੇ ਚਲੇ ਜਾਓ। ਸਿੱਖ ਸਿਆਣੇ ਸਨ। ਉਹਨਾਂ ਵਿੱਚ 3 ਸਿੱਖ ਸਨ। ਭਾਈ ਦਰਗਾਹੀ ਸ਼ਾਹ, ਇੱਕ ਸੀ ਭਾਈ ਗੜੀਆ ਜੀ, ਇੱਕ ਸੀ ਭਾਈ ਗੁਰਦਿੱਤਾ, ਬਾਬਾ ਬੁੱਢਾ ਜੀ ਦੀ ਕੁੱਲ ਚੋਂ। ਉਹ ਤਿੰਨੋਂ ਬਾਬਾ ਬਕਾਲਾ ਸਾਹਿਬ ਆਏ। ਪੁੱਛਿਆ ਇੱਥੇ ਸਭ ਤੋਂ ਵੱਧ ਸਤਿਕਾਰਯੋਗ ਕੌਣ ਹੈ? ਪਤਾ ਲੱਗਾ ਸਭ ਤੋਂ ਵੱਧ ਸਤਿਕਾਰਯੋਗ ਨੇ ਮਾਤਾ ਨਾਨਕੀ ਜੀ। ਹੁਣ ਇੱਥੇ ਧਿਆਨ ਦਿਓ, 2 ਨਾਨਕੀ ਸ਼ਬਦ ਆਉਂਦੇ ਇਤਿਹਾਸ 'ਚ। ਜਦੋਂ ਮਾਤਾ ਨਾਨਕੀ ਸ਼ਬਦ ਆਵੇ ਨਾ, ਉੱਥੇ ਸਮਝ ਲਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਦੀ ਗੱਲ ਹੋ ਰਹੀ ਹੈ। ਜਿੱਥੇ ਬੇਬੇ ਨਾਨਕੀ ਸ਼ਬਦ ਆਉਂਦਾ ਹੈ, ਉੱਥੇ ਇਹ ਸਮਝੋ ਗੁਰੂ ਨਾਨਕ ਸਾਹਿਬ ਜੀ ਦੇ ਸਤਿਕਾਰਯੋਗ ਵੱਡੇ ਭੈਣ ਦੀ ਗੱਲ ਹੋ ਰਹੀ ਹੈ। ਬੇਬੇ ਦਾ ਅਰਥ ਹੀ ਭੈਣ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਕੋਲ ਗਏ।
ਮਾਤਾ ਨਾਨਕੀ ਜੀ ਨੂੰ ਕਿਹਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਨੇ ਬਕਾਲੇ ਦਾ ਇਸ਼ਾਰਾ ਕੀਤਾ, ਨਾਲ ਬਾਬਾ ਸ਼ਬਦ ਵਰਤਦੇ ਆ। ਮਾਤਾ ਨਾਨਕੀ ਜੀ ਨੇ ਦੱਸਿਆ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਸੀ, ਅੱਜ ਗੁਰਤਾ ਗੱਦੀ ਮੇਰੇ ਪੁੱਤਰ ਦੇ ਕੋਲ ਆ ਗਈ ਹੈ। ਉਸੇ ਵੇਲੇ ਹੀ ਭੋਰੇ ਦੇ ਵਿੱਚ ਗਏ, ਮਹਾਰਾਜ ਨੂੰ ਬੇਨਤੀ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਬਾਹਰ ਆਏ। ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਲੱਗਾ, ਪਰ ਗੁਪਤ ਲੱਗਾ ਜੀ। ਮਹਾਰਾਜ ਇੰਨੇ ਸ਼ਾਂਤ ਰਹਿੰਦੇ ਸਨ। ਸਤਿਗੁਰੂ ਨੇ ਬਚਨ ਕੀਤਾ, ਭਾਈ ਸਿੱਖੋ ਸਾਨੂੰ ਪ੍ਰਗਟ ਨਾ ਕਰੇ। ਗੁਰੂ ਤੇਗ ਬਹਾਦਰ ਸਾਹਿਬ ਦਾ ਹਿਰਦਾ ਵੇਖੋ, ਗੁਰੂ ਤੇਗ ਬਹਾਦਰ ਸਾਹਿਬ ਦਾ ਹਿਰਦਾ ਵੇਖਿਓ, ਤੱਕਿਓ ਜਿਹੜਾ ਇਸ ਗੱਲ ਨੂੰ। ਕਿਸੇ ਕੋਲ ਪਦਵੀ ਆਵੇ, ਗੁਰਤਾ ਗੱਦੀ ਦੀ ਪਦਵੀ ਤੇ ਬਹੁਤ ਵੱਡੀ ਹੈ, ਲੱਖਾਂ ਲੋਕਾਂ ਨੇ ਨਮਸਕਾਰ ਕਰਨੀ। ਮਹਾਰਾਜ ਕਹਿਣ ਲੱਗੇ, ਭਾਈ ਬਾਹਰ 22 ਮੰਜੀਆਂ ਲੱਗ ਚੁੱਕੀਆਂ ਸਨ, ਬਾਹਰ ਰੌਲਾ ਹੈ, ਅਸੀਂ ਰੌਲੇ ਵਿੱਚ ਪੈ ਕੇ ਕੀ ਕਰਨਾ ਹੈ, ਸਾਨੂੰ ਅੰਦਰ ਹੀ ਰਹਿਣ ਦਿਓ, ਅਸੀਂ ਗੁਪਤ ਰਹਿਣਾ ਚਾਹੁੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਗੁਪਤ, ਸਾਧ ਸੰਗਤ ਉਹਨਾਂ ਕੋ ਚੁੱਪ ਕਰੇ। ਗੁਪਤ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਰਹੇ ਜੀ। ਬਿਲਕੁਲ ਰੌਲਾ ਗੋਲਾ ਪਸੰਦ ਨਹੀਂ ਸੀਗਾ। ਮਹਾਰਾਜ ਕਹਿੰਦੇ ਸਨ ਸਾਡੀ ਪ੍ਰਗਟ ਹੋਣ ਦੀ ਇੱਛਾ ਨਹੀਂ ਹੈ। ਭਾਈ ਵੀਰ ਸਿੰਘ ਗੁਰਮੁਖ ਨੇ ਉਹ ਇੱਕ ਗੱਲ ਲਿਖਦੇ ਆ, ਮੇਰੇ ਛੁਪੇ ਰਹਿਣ ਦੀ ਚਾਹ ਰਹੀ ਤੁਰ ਜਾਣ ਦੀ। ਕਹਿੰਦੇ ਮੇਰੀ ਛੁਪ ਕੇ ਰਹਿਣ ਦੀ ਚਾਹ ਹੈ। ਕਾਰਨ ਇਹ ਵੀ ਮੈਂ ਬੇਨਤੀ ਕਰਦੇ ਹਾਂ, ਮੇਰੇ ਵਰਗਾ ਬੰਦਾ 4 ਅੱਖਰ ਸਿੱਖਦਾ, ਉਹ ਕਹਿੰਦਾ ਪ੍ਰਗਟ ਹੋਈਏ, ਲੋਕਾਂ ਨੂੰ ਕਿਵੇਂ ਪਤਾ ਲੱਗੇ। ਔਰ ਮੈਂ ਆਪਣੀ ਜ਼ਿੰਦਗੀ 'ਚ ਵੇਖਿਆ ਵੀ ਹੈ, ਕਈ ਵਾਰੀ ਗੁਰਮੁਖ ਜਿਹਦੇ 'ਤੇ ਕਿਰਪਾ ਹੋ ਜਾਂਦੀ ਹੈ, ਥੋੜ੍ਹਾ ਗਿਆਨ ਹੋ ਜਾਂਦਾ ਹੈ, ਥੋੜ੍ਹਾ ਬਾਣੀ ਦਾ ਰਸ ਆਉਣ ਲੱਗ ਪੈਂਦਾ, ਉਹ ਦੂਜਿਆਂ ਵਿੱਚ ਸ਼ੋਅ ਹੋਣ ਲੱਗ ਪੈਂਦਾ, ਦੂਜਿਆਂ ਸਾਹਮਣੇ ਪ੍ਰਗਟ ਹੁੰਦਾ। ਮੇਰੇ ਬਾਰੇ ਲੋਕਾਂ ਨੂੰ ਪਤਾ ਲੱਗੇ। ਜਿੰਨਾ ਲੋਕਾਂ ਨੂੰ ਪਤਾ ਲੱਗਣ ਦੀ ਇੱਛਾ ਹੁੰਦੀ ਹੈ, ਉਹਨਾਂ ਪਿਆਰਿਓ ਖਲਾਰਾ ਹੁੰਦਾ ਚ। ਜਿਹੜਾ ਬੀਜ ਧਰਤੀ ਦੇ ਹੇਠਾਂ ਲੁਕਿਆ ਰਹਿੰਦਾ ਹੈ, ਉਹੋ ਹੀ ਫਲੀਭੂਤ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਪਤ ਰਹੇ, ਗੁਰਤਾ ਗੱਦੀ ਤੇ ਬੈਠੇ, ਬੜੇ ਕਾਰਜ ਸਤਿਗੁਰੂ ਜੀ ਨੇ ਕੀਤੇ। ਅਖੀਰ ਹੁਣ ਬਾਣੀ ਵਾਲੇ ਪਾਸੇ ਆਈਏ। ਪ੍ਰਗਟ ਕਿਵੇਂ ਹੋਏ, ਬੜੀ ਲੰਮੀ ਕਥਾ ਹੈ, ਮੈਂ ਕੋਸ਼ਿਸ਼ ਕਰਾਂਗਾ ਰੋਜ਼ ਥੋੜ੍ਹਾ ਥੋੜ੍ਹਾ ਜ਼ਿਕਰ, ਨਾਲ ਨਾਲ ਇਤਿਹਾਸ ਦਾ, ਨਾਲ ਨਾਲ ਸਤਿਗੁਰੂ ਜੀ ਦੀ ਬਾਣੀ ਦਾ। ਆਪਾਂ ਮਹਾਰਾਜ ਜੀ ਦੀ ਬਾਣੀ, ਜਿਹਨੂੰ ਆਪਾਂ ਭੋਗਾਂ ਦੇ ਸ਼ਲੋਕ ਕਹਿੰਦੇ ਆ, ਸ਼ਲੋਕ ਮਹੱਲਾ ਨਾਮਾ, ਉਹਦੀ ਵਿਚਾਰ ਕਰਾਂਗੇ। ਸਤਿਗੁਰੂ ਦੇ ਜੀਵਨ 'ਚ ਬਹੁਤ ਵੈਰਾਗ ਹੈ। 2-4 ਖਾਸ ਗੱਲਾਂ ਮੈਂ ਸਤਿਗੁਰੂ ਜੀ ਦੀ ਬਾਣੀ ਬਾਬਤ ਤੁਹਾਨੂੰ ਬੇਨਤੀ ਕਰਦੇ ਹਾਂ। 15 ਰਾਗਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ। 15 ਰਾਗਾਂ ਵਿੱਚ ਬਾਣੀ ਹੈ। ਉਹਦੇ ਵਿੱਚੋਂ ਜਿਹੜੇ 14 ਰਾਗ ਨੇ, ਉਹਨਾਂ 'ਚ ਬਾਕੀ ਸਤਿਗੁਰਾਂ ਦੀ ਵੀ ਬਾਣੀ ਹੈ। ਇੱਕ ਰਾਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ, ਕੇਵਲ, ਜਿਹਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, ਉਹਨੂੰ ਜੈਜਾਵੰਤੀ ਰਾਗ ਕਹਿੰਦੇ ਆ। ਜਿਹੜੇ ਬਾਣੀ ਪੜ੍ਹਦੇ ਉਹਨਾਂ ਨੂੰ ਪਤਾ ਹੈ। 3 ਬੀੜਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਤੁਸੀਂ ਲੜੀਵਾਰ ਕਥਾ ਹੁਣੇ ਥੋੜ੍ਹੇ ਦਿਨ ਪਹਿਲਾਂ ਹੋਈ ਹੈ। ਇੱਕ ਕਰਤਾਰਪੁਰ ਵਾਲੀ ਬੀੜ ਹੈ, ਜਿਹੜੀ ਭਾਈ ਗੁਰਦਾਸ ਜੀ ਨੇ ਲਿਖੀ। ਇੱਕ ਭਾਈ ਬੰਨੋ ਵਾਲੀ ਬੀੜ ਹੈ, ਜਿਹਨੂੰ ਖਾਰੀ ਬੀੜ ਕਿਹਾ ਜਾਂਦਾ ਹੈ। ਇੱਕ ਤੀਜੀ ਬੀੜ ਹੋਰ ਹੈ, ਜਿਹਦਾ ਅੱਜ ਸਭ ਥਾਵਾਂ 'ਤੇ ਪ੍ਰਕਾਸ਼ ਹੈ, ਇਹਨੂੰ ਦਮਦਮੀ ਬੀੜ ਕਹਿੰਦੇ ਆ ਜੀ। ਦਮਦਮੀ ਦੇ ਵੀ ਕਈ ਵੀਰ ਦੁਫਾੜ 'ਚ ਪੈ ਜਾਂਦੇ ਆ। ਇੱਕ ਦਮਦਮਾ ਸਾਹਿਬ, ਆਨੰਦਪੁਰ ਸਾਹਿਬ ਵੀ ਹੈ। ਇਹ ਆਨੰਦਪੁਰ ਸਾਹਿਬ ਵਾਲਾ ਨਹੀਂ, ਇਹ ਤਖਤ ਸ੍ਰੀ ਦਮਦਮਾ ਸਾਹਿਬ ਹੈ, ਜਿੱਥੇ ਮਹਾਰਾਜ ਨੇ ਸਾਰੀ ਬਾਣੀ ਲਿਖੀ। ਉੱਥੇ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਚੜ੍ਹਾਈ। ਹੁਣ ਤੁਸੀਂ ਬਾਣੀ ਪੜ੍ਹਨ ਵਾਲੇ ਸੱਜਣ ਬੈਠੇ 'ਚ ਥੋੜ੍ਹਾ ਧਿਆਨ ਨਾਲ ਸੁਣਿਓ। ਕਈ ਸਤਿਗੁਰੂ ਦੇ ਸ਼ਬਦ ਐਸੇ ਨੇ, ਸਤਿਗੁਰਾਂ ਦੇ, ਗੁਰੂ ਨਾਨਕ ਸਾਹਿਬ ਜੀ ਦੇ, ਗੁਰੂ ਅਮਰਦਾਸ ਸਾਹਿਬ ਜੀ ਦੇ, ਜਾਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਗੁਰੂ ਰਾਮਦਾਸ ਜੀ ਦੇ, ਜਿਨ੍ਹਾਂ ਵਿੱਚ 2 ਪੰਕਤੀਆਂ ਉੱਪਰਲੀਆਂ ਹੋ ਜਾਂਦੀਆਂ, ਤੀਜੀ ਤੇ ਚੌਥੀ ਪੰਕਤੀ ਵਿੱਚ ਰਹਾਉ ਆਉਂਦਾ ਹੈ। ਰਹਾਉ ਵਾਲੀਆਂ ਪੰਕਤੀਆਂ ਹੁੰਦੀਆਂ। ਸਤਿਗੁਰੂ ਦੇ ਜਿੰਨੇ ਸ਼ਬਦ ਨੇ, 59 ਸ਼ਬਦ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, 59 ਸ਼ਬਦਾਂ 'ਚ ਪਹਿਲੀਆਂ ਪੰਕਤੀਆਂ 'ਤੇ ਹੀ ਮਹਾਰਾਜ ਨੇ ਰਹਾਉ ਉਚਾਰਨ ਕੀਤਾ ਹੈ।
ਉਹ ਕਿਉਂ? ਵੇਖੋ ਅਸੀਂ ਕਹਿੰਦੇ ਆ ਰਹਾਉ ਦਾ ਭਾਵ ਹੁੰਦਾ ਕੇਂਦਰੀ ਭਾਵ, ਪਰ ਕਈ ਸ਼ਬਦਾਂ ਵਿੱਚ ਤੇ ਰਹਾਉ ਹੁੰਦਾ ਹੀ ਨਹੀਂ ਹੈ। ਰਹਾਉ ਦਾ ਹਿੰਦੀ ਦੇ ਵਿੱਚ ਇਹ ਅਰਥ ਬਣਦਾ ਹੈ ਰੁਕੋ, ਵਿਚਾਰੋ। ਮਹਾਰਾਜ ਦੀ ਜਿੰਨੀ ਬਾਣੀ ਹੈ ਪਹਿਲੀਆਂ 2 ਪੰਕਤੀਆਂ ਤੇ ਰਹਾਉ ਮਹਾਰਾਜ ਨੇ ਲਿਖਿਆ, ਵਿਚਾਰਨ ਵਾਸਤੇ ਜ਼ੋਰ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਲੀਆਂ ਪੰਕਤੀਆਂ ਤੇ। ਔਰ ਮਹਾਰਾਜ ਜੀ ਦੀ ਬਾਣੀ ਦੀ ਜਿਹੜੀ ਵਿਸ਼ੇਸ਼ਤਾ ਹੈ ਉਹ ਇਹ ਹੈ, ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ, ਉਸ ਵਿੱਚ ਸਤਿਗੁਰੂ ਨੇ ਤਿਆਗ ਦੀ ਗੱਲ ਕੀਤੀ ਹੈ। ਸਾਧੋ ਮਨ ਕਾ ਮਾਨ ਤਿਆਗੋ। ਜਿਹੜਾ ਅਖੀਰਲਾ ਬਚਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ, ਉਹਦੇ 'ਚ ਫੜਨ ਦੀ ਗੱਲ ਕੀਤੀ ਹੈ। ਉਹ ਗੱਲ ਹੁਣ ਧਿਆਨ ਨਾਲ ਸੁਣਿਓ। ਇੱਕ 'ਚ ਮਹਾਰਾਜ ਕਹਿੰਦੇ ਤਿਆਗ ਦਿਓ, ਆਰੰਭਤਾ ਕੀਤੀ ਤਿਆਗ ਤੋਂ, ਛੱਡ ਦਿਓ, ਸੰਪੂਰਨਤਾ ਫੜਨ ਤੇ ਕੀਤੀ ਜੀ। ਇਹਦਾ ਭਾਵ ਸਮਝ ਲਿਓ, ਮਾਣ ਨੂੰ ਤਿਆਗਣ ਦੀ ਗੱਲ ਕੀਤੀ, ਨਾਮ ਨੂੰ ਫੜਨ ਦੀ ਗੱਲ ਕੀਤੀ ਜੀ। ਨਾਮ ਨੂੰ ਗ੍ਰਹਿਣ ਕਰਨ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਨੇ ਕੀਤੀ। ਆਓ ਅੱਜ ਤੋਂ ਆਪਾਂ ਸ਼ਲੋਕ ਆਰੰਭ ਕਰਦੇ ਹਾਂ। ਅੱਜ ਤੇ ਆਪਾਂ ਇੱਕ ਸ਼ਲੋਕ ਦੇ ਹੀ ਅਰਥ ਸੁਣਾਂਗੇ। ਬਾਕੀ ਦਿਨਾਂ ਵਿੱਚ ਗੁਰਪੁਰਬ ਦੇ ਨੇੜੇ ਆਉਣ ਤੱਕ ਮੈਂ ਯਤਨ ਕਰਾਂਗਾ ਸਾਰੇ ਸ਼ਲੋਕ ਆਪ ਜੀ ਦੇ ਸਮਕਸ਼ ਅਖਰੀ ਅਰਥ ਕਰ ਸਕਾਂ। ਪਿਆਰਿਓ, ਇਹ ਸ਼ਲੋਕ ਜਦੋਂ ਤੁਸੀਂ ਸੁਣਨੇ ਆ, ਆਪਣੇ ਮਨ 'ਚ ਭਾਵ ਇਹ ਰੱਖਿਓ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੋਦ 'ਚ ਬੈਠੇ ਹਾਂ। ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਹਨ। ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਆਪ ਸਮਝਾ ਰਹੇ ਹਨ। ਆਓ ਮਹਾਰਾਜ ਜੀ ਦੀ ਬਾਣੀ ਦੀ ਕਥਾ ਆਰੰਭ ਕਰੀਏ। ਆਪ ਸਾਰੀ ਸੰਗਤ ਸਿਰ ਤੇ ਹੱਥ ਰੱਖਿਓ, ਮਹਾਰਾਜ ਆਪ ਕਰਾਉਣ। ਪਿਆਰ ਨਾਲ ਗੱਜ ਕੇ ਆਖੋ ਸਤਿਨਾਮ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਜੂਰ ਗੁਰੂ ਤੇਗ ਬਹਾਦਰ ਸਾਹਿਬ ਸ਼ਲੋਕ ਆਰੰਭ ਕਰਨ ਤੋਂ ਪਹਿਲਾਂ ਮੰਗਲ ਕਰਦੇ ਆ। ਹੁਣ ਇਹਨੂੰ ਸੰਗਤ ਜੀ, ਇਹ ਮੰਗਲ 524 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹਦੇ ਪਿੱਛੇ ਅੱਜ ਕੱਲ੍ਹ ਮੰਗਲਾਂ ਦੇ ਵਿੱਚ ਵੀ ਛੇੜਖਾਨੀ ਹੋ ਰਹੀ ਹੈ। ਕਈ ਗੁਟਕਾ ਸਾਹਿਬਾਨ ਵਿੱਚ ਮੰਗਲ ਜਿਹੜਾ ਉਹ ਬਦਲ ਦਿੰਦੇ ਆ। ਇਹ ਮੰਗਲ ਹੈ, ਕਈ ਉਹਨੂੰ ਬਦਲ ਦਿੰਦੇ ਆ। ਜਿਵੇਂ ਸੁਣਨ 'ਚ ਆਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਕਲੀ ਮਹੱਲਾ ਤੀਜਾ ਆਨੰਦ। ਪਰ ਨਹੀਂ, ਆਪਾਂ ਕਿਸੇ ਵਿਅਕਤੀ ਨੂੰ ਨਹੀਂ ਵੇਖਣਾ। ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਜਿਵੇਂ ਲਿਖਿਆ ਉਵੇਂ ਪੜ੍ਹਨ ਦਾ ਯਤਨ ਕਰਨਾ। ਮਹਾਰਾਜ ਨੇ ਮੰਗਲ ਉਚਾਰਿਆ। ਇੱਕ ਵਿਦਵਾਨ ਨੇ ਬੜੀ ਸੋਹਣੀ ਘਟਨਾ ਲਿਖੀ। ਕਹਿੰਦੇ 10ਵੇਂ ਪਾਤਸ਼ਾਹ ਘੋੜੇ ਤੇ ਬੈਠੇ ਬਹਿਣ ਲੱਗੇ ਆ, ਰਕਾਬ 'ਚ ਚਰਨ ਰੱਖਣ ਲੱਗੇ ਆ, ਤੇ ਰਕਾਬ 'ਚ ਚਰਨ ਰੱਖ ਕੇ ਮਹਾਰਾਜ ਨੇ ਉੱਤੇ ਬਹਿਣਾ। ਤੇ ਤੁਸੀਂ ਅੰਦਾਜ਼ਾ ਲਾਓ ਵੀ ਕਿੰਨਾ ਕੁ ਸਮਾਂ ਲੱਗਣਾ। ਬੜੇ ਬੜੇ ਵਿਦਵਾਨ ਖਲੋਤੇ ਸਨ। ਮਹਾਰਾਜ ਕਹਿਣ ਲੱਗੇ ਰਕਾਬ 'ਚ ਚਰਨ ਰੱਖ ਕੇ ਉੱਪਰ ਬਹਿਣ ਦਾ ਜਿਹੜਾ ਸਮਾਂ ਕੁਝ ਸਕਿੰਟਾਂ ਦਾ ਹੁੰਦਾ, ਮਿੰਟ ਵੀ ਨਹੀਂ ਲੱਗਦਾ। ਇੰਨੇ ਵਿੱਚ ਸਾਨੂੰ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੇ ਅਰਥ ਦੱਸ ਦੇਵੇ। ਸਾਰੀ ਬਾਣੀ ਦਾ ਭਾਵ ਦੱਸ ਦੇ। ਹੁਣ ਉਹ ਬੜੇ ਆਲਮ ਫਾਜ਼ਲ ਵਿਦਵਾਨ ਵੀ ਸਨ ਉੱਥੇ, ਸਾਰੇ ਚੁੱਪ ਕਰ ਗਏ ਵੀ ਇੰਨੇ ਥੋੜ੍ਹੇ ਸਮੇਂ 'ਚ ਕਿਵੇਂ ਦੱਸੀਏ। ਵਿਦਵਾਨ ਲਾਗੇ ਖਲੋਤੇ ਆ, ਸਾਰੇ ਚੁੱਪ। ਇੱਕ ਘਾਹ ਕੁਤਰਨ ਵਾਲਾ, ਘੱਟ ਕਰੋ ਇਹਨੂੰ, ਇੱਕ ਘਾਹ ਕੁਤਰਨ ਵਾਲਾ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਭੱਜਾ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਮਹਾਰਾਜ ਜੇ ਹੁਕਮ ਕਰੋ ਮੈਂ ਅਰਥ ਕਰਾਂ। ਮਹਾਰਾਜ ਕਹਿੰਦੇ ਦੱਸ। ਭੱਜਾ ਆ ਕੇ ਕਹਿਣ ਲੱਗਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਇੰਨਾ ਬੋਲਿਆ, ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਨਿਹਾਲ ਨਿਹਾਲ ਨਿਹਾਲ। ਉਹ ਵੱਡੇ ਵੱਡੇ ਵਿਦਵਾਨ ਕਹਿੰਦੇ ਜੀ ਇਹ ਤੇ ਮੰਗਲ ਹੈ। ਮਹਾਰਾਜ ਕਹਿੰਦੇ ਸਿੰਘੋ ਇਹ ਇਕੱਲਾ ਮੰਗਲ ਨਹੀਂ ਜੇ। ਮਹਾਰਾਜ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦਾ ਤੱਤ ਭਾਵ ਹੈ ਜੀ।
ਸਾਡੀ ਮੰਜ਼ਿਲ ਇੱਕ ਓੰਕਾਰ ਹੈ। ਪ੍ਰਾਪਤ ਉਦੋਂ ਹੋਣੀ ਜਦੋਂ ਸਤਿਗੁਰੂ ਦਾ ਪ੍ਰਸਾਦ ਮਿਲ ਗਿਆ, ਸਤਿਗੁਰੂ ਦੀ ਕਿਰਪਾ ਮਿਲ ਗਈ। ਜਿੰਨਾ ਚਿਰ ਤੱਕ ਸਤਿਗੁਰੂ ਦੀ ਕਿਰਪਾ ਨਹੀਂ ਮਿਲਦੀ, ਜਿੱਥੇ ਮਰਜ਼ੀ ਭੱਜੇ ਫਿਰੀਏ, ਇੱਕ ਓੰਕਾਰ ਤੱਕ ਪਹੁੰਚ ਨਹੀਂ ਜੇ ਸਕਦੇ ਜੀ। ਮਹਾਰਾਜ ਨੇ ਮੰਗਲ ਲਿਖਿਆ, ਵਾਹਿਗੁਰੂ ਇੱਕ ਹੈ, ਅਦੁੱਤੀ ਹੈ। ਉਹ ਸਤਿਗੁਰੂ ਦੇ ਪ੍ਰਸਾਦ ਨਾਲ ਪ੍ਰਾਪਤ ਹੁੰਦਾ ਹੈ। ਸ਼ਲੋਕ ਮਹੱਲਾ ਨਾਵਾਂ। ਹਜ਼ੂਰ ਮਹਾਰਾਜ ਆਪ ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦਾ 400 ਸਾਲਾ ਮਨਾ ਰਹੇ ਆ, ਸਤਿਗੁਰੂ ਸਾਡੇ ਤੇ ਕਿਰਪਾ ਕਰਦੇ ਹਨ। ਗੁਣ ਗੋਬਿੰਦ ਗਾਇਓ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਗੁਣ ਨਹੀਂ ਗਾਏ। ਹੁਣ ਸ਼ਬਦ ਧਿਆਨ, ਪਹਿਲਾ ਸ਼ਬਦ ਗੁਣ ਹੈ, ਗੱਗੇ ਔਂਕੜ ਨੰਨਾ। ਗੁਣ ਦਾ ਅਰਥ ਕੀ ਹੈ? ਗੁਣ ਦਾ ਅਰਥ ਹੁੰਦਾ ਹੈ ਜੋ ਕਿਸੇ ਨੇ ਤੁਹਾਡੇ ਨਾਲ ਉਪਕਾਰ ਕੀਤਾ, ਉਹਨੂੰ ਕਹਿੰਦੇ ਇਹ ਇਹਦਾ ਗੁਣ ਹੈ, ਇਹਨੇ ਸਾਡੇ ਨਾਲ ਉਪਕਾਰ ਕੀਤਾ। ਮਹਾਰਾਜ ਕਹਿੰਦੇ ਭਾਈ ਗੋਬਿੰਦ, ਦੋ ਸ਼ਬਦਾਂ ਦਾ ਮੇਲ ਹੈ, ਧਿਆਨ ਨਾਲ ਸਮਝੀ ਚੱਲਿਓ ਬਾਣੀ ਨੂੰ। ਇੱਕ ਗੋ, ਇੱਕ ਬਿੰਦ। ਸਾਰੀ ਧਰਤੀ ਗੋ, ਧਰਤੀ ਬਿੰਦ ਆਸਰਾ ਸਹਾਰਾ। ਜੋ ਸਾਰੀ ਧਰਤੀ ਦਾ ਸਹਾਰਾ ਆਸਰਾ ਹੈ, ਉਹਦੇ ਕਿੰਨੇ ਗੁਣ ਨੇ, ਕਿੰਨੇ ਉਪਕਾਰ ਨੇ। ਮਹਾਰਾਜ ਕਹਿੰਦੇ ਤੂੰ ਕਦੀ ਗਾਏ ਨਹੀਂ, ਕਹਿਣ ਲੱਗੇ। ਹਾਂਜੀ। ਜਨਮ ਅਕਾਰਥ ਕੀਨ। ਜੇ ਤੂੰ ਉਸ ਗੋਬਿੰਦ ਦੇ ਗੁਣਾਂ ਨੂੰ ਗਾਇਆ ਨਹੀਂ, ਬਹੁਤ ਕੁਝ ਤੇਰੇ ਕੋਲ ਹੈ ਪਿਆਰਿਆ, ਚੇਤਾ ਰੱਖੀ। ਗੋਬਿੰਦ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਨਹੀਂ ਗਾਇਆ, ਤੇਰਾ ਜਨਮ ਕਿਸੇ ਕੰਮ ਨਹੀਂ, ਕਿਸੇ ਕੰਮ ਨਹੀਂ। ਅਕਾਰਥ ਦਾ ਮਤਲਬ ਹੁੰਦਾ ਬਿਲਕੁਲ ਨਖਿੱਧ, ਕਿਸੇ ਕੰਮ ਨਹੀਂ। ਹੁਣ ਧਿਆਨ ਨਾਲ ਸੁਣਿਓ, ਲੱਖਾਂ ਦੀ ਕੋਠੀ, ਵਾਹਿਗੁਰੂ ਕਰੋੜਾਂ ਦੀ, ਬਹੁਤ ਕੁਝ ਖਾਣ ਨੂੰ, ਬੜੇ ਸੁੱਖ ਨੇ, ਬੰਦਾ ਕਹਿੰਦਾ ਸਵਰਗਾਂ ਵਾਲੀ ਜ਼ਿੰਦਗੀ ਹੈ। ਪਰ ਸਤਿਗੁਰੂ ਦੀ ਬਾਣੀ ਵਿੱਚ ਆਉਂਦਾ ਜੇ ਇਹੋ ਜਿਹਾ ਬੰਦਾ ਵਾਹਿਗੁਰੂ ਜੀ ਦੇ ਗੁਣ ਨਹੀਂ ਨਾ ਗਾਉਂਦਾ, ਸਵਰਗਾਂ ਦੀ ਜ਼ਿੰਦਗੀ ਕੋਈ ਨਹੀਂ, ਨਰਕ ਭੋਗ ਰਿਹਾ ਹੈ, ਨਰਕ ਭੋਗ ਰਿਹਾ। ਅੱਗੇ ਜਾ ਕੇ ਪਤਾ ਲੱਗੇਗਾ। ਉਹਦੇ ਗੁਣ ਚੇਤੇ ਕਰ, ਉਹਦੇ ਉਪਕਾਰ ਚੇਤੇ ਕਰ, ਜਿਹੜਾ ਚੇਤੇ ਨਾ ਕਰ, ਉਹਦੇ ਉਪਕਾਰਾਂ ਨੂੰ ਗਾ ਵੀ। ਮਹਾਰਾਜ ਕਹਿਣ ਲੱਗੇ ਜੇ ਨਹੀਂ ਗਾਇਆ, ਤੇਰਾ ਜਿਹੜਾ ਜਨਮ ਹੈ, ਮਹਾਰਾਜ ਕਹਿੰਦੇ ਉਹ ਅਕਾਰਥ ਹੈ। ਗੋਬਿੰਦ ਦੇ ਗੁਣਾਂ ਨੂੰ ਨਹੀਂ ਗਾਇਆ, ਹੁਣ ਤੱਕ ਜਿੰਨੀ ਜ਼ਿੰਦਗੀ ਤੇਰੀ ਬਤੀਤ ਹੋਈ ਹੈ, ਮਹਾਰਾਜ ਕਹਿਣ ਲੱਗੇ ਸਭ ਵਿਅਰਥ ਤੂੰ ਕਰ ਲਈ। ਕਹੋ ਨਾਨਕ ਹਰ ਭਜ ਮਨਾ। ਹਜ਼ੂਰ ਸੱਚੇ ਪਾਤਸ਼ਾਹ, ਕਹੋ ਨਾਨਕ, ਇੱਥੇ ਭਾਵ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਕਹਿ ਰਹੇ ਨੇ। ਪਰ ਕਮਾਲ ਦੀ ਗੱਲ ਹੈ, ਕਹਿ ਸਾਨੂੰ ਰਹੇ ਹੈ, ਪਰ ਟਿਕਾ ਆਪਣੇ ਤੇ ਰਹੇ ਹੈ ਜੀ। ਆਪਣੇ ਮਨ ਨੂੰ ਸਮਝ ਦੇ ਬਹਾਨੇ ਸਾਨੂੰ ਕਹਿ ਰਹੇ ਹੈ। ਮਹਾਰਾਜ ਕਹਿੰਦੇ ਹੇ ਮਨਾ, ਵਾਹਿਗੁਰੂ ਨੂੰ ਭਜ, ਉਹਦੇ ਗੁਣਾਂ ਨੂੰ ਗਾ, ਉਹਦੇ ਗੁਣਾਂ ਨੂੰ ਚੇਤੇ ਕਰ। ਮਹਾਰਾਜ ਕਿਸ ਤਰੀਕੇ ਨਾਲ ਚੇਤੇ ਕਰਨਾ ਹੈ? ਜਿਹ ਬਿਦ ਜਲ ਕੋ ਮੀਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਿਆਰਿਆ, ਜਿਵੇਂ ਮੱਛਲੀ ਪਾਣੀ ਨੂੰ ਕਰਦੀ ਹੈ ਚੇਤੇ, ਜਿਵੇਂ ਮੱਛਲੀ ਦਾ ਸੰਗ ਪਾਣੀ ਦੇ ਨਾਲ ਹੈ, ਉਵੇਂ ਤੂੰ ਵਾਹਿਗੁਰੂ ਦੇ ਨਾਲ ਸੰਗ ਕਰਨਾ ਹੈ। ਸਾਡੇ ਪੰਜਾਬ 'ਚ ਨਾ, ਮਾਫ ਕਰਿਓ ਮੈਂ ਬੋਲਣ ਲੱਗਾ, ਆਸ਼ਿਕਾਂ ਦੀਆਂ ਜੋੜੀਆਂ ਬੜੀਆਂ ਨੇ ਜੀ। ਹਾਂਜੀ, ਉਹ ਲੈਲਾ ਮਜਨੂ ਵੀ ਹੈ, ਇਹ ਹੀਰ ਰਾਂਝਾ ਵੀ ਹੈ, ਸੱਸੀ ਪੰਨੂ ਦਾ ਕਿੱਸਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਕਿਤੇ ਵੀ ਇਹਨਾਂ ਬਾਹਰੀ ਆਸ਼ਿਕਾਂ ਦਾ ਜ਼ਿਕਰ ਨਹੀਂ ਜੇ ਹੈਗਾ। ਭਾਈ ਗੁਰਦਾਸ ਜੀ ਨੇ ਭਾਵੇਂ ਲੈਲਾ ਮਜਨੂ ਦਾ ਕੀਤਾ, ਪਰ ਉਹਦਾ ਦ੍ਰਿਸ਼ਟਾਂਤ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਇਹਨਾਂ ਦਾ ਦ੍ਰਿਸ਼ਟਾਂਤ ਵੀ ਨਹੀਂ ਆਇਆ। ਉਹਦਾ ਕਾਰਨ ਇਹੋ ਜਿਹੇ ਮਜਾਜੀ ਜਿਹੜੇ ਪ੍ਰੇਮ ਨੇ ਨਾ, ਉਹ ਸਤਿਗੁਰੂ ਜਿਹੜੇ ਤਨ ਨਾਲ ਪ੍ਰੇਮ ਨੇ, ਵਾਸ਼ਨਾ 'ਚ ਬੱਝੇ ਹੋਏ ਪ੍ਰੇਮ ਨੇ, ਸਤਿਗੁਰੂ ਜੀ ਦੀ ਬਾਣੀ ਨੇ ਕਿਤੇ ਪ੍ਰਵਾਨ ਨਹੀਂ ਤੇ ਕੀਤੇ। ਹਾਂ, ਉਹ ਪ੍ਰੇਮ ਪ੍ਰਵਾਨ ਕੀਤੇ
ਜਿੱਥੇ ਆਸਰਾ ਹੀ ਹੋਰ ਕੋਈ ਨਹੀਂ, ਜਿੱਥੇ ਵਾਸ਼ਨਾ ਕੋਈ ਨਹੀਂ, ਜਿੱਥੇ ਜ਼ਿੰਦਗੀ ਦਾ ਸੰਬੰਧ ਹੈ। ਕਿਹੜਾ? ਮਛਲੀ ਦੇ ਪ੍ਰਮਾਣ ਮਹਾਰਾਜ ਨੇ ਦਿੱਤਾ, ਚਾਤਰਿਕ ਦਾ ਪ੍ਰਮਾਣ ਦਿੱਤਾ ਬਾਣੀ 'ਚ, ਕਈ ਹੋਰ ਪ੍ਰਮਾਣ ਸੱਚੇ ਪਾਤਸ਼ਾਹ ਨੇ ਦਿੱਤੇ। ਮਹਾਰਾਜ ਨੇ ਇੱਥੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਮਛਲੀ ਦਾ ਪ੍ਰਮਾਣ ਦਿੰਦੇ, ਮੱਛੀ ਪਾਣੀ 'ਚੋਂ ਕੱਢੋ ਮਰ ਜਾਏਗੀ। ਸਿੱਖਾ, ਤੇਰਾ ਬਾਣੀ ਦੇ ਨਾਲ, ਤੇਰਾ ਵਾਹਿਗੁਰੂ ਨਾਲ ਪਿਆਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਹੁਣ ਸਾਨੂੰ ਪਤਾ ਸਾਡਾ ਨਹੀਂ ਹੈਗਾ, ਸਾਨੂੰ ਪਤਾ ਸਾਡਾ ਉਹ ਪ੍ਰੇਮ ਨਹੀਂ ਹੈਗਾ, ਕੀ ਕਰੀਏ? ਪਿਆਰਿਓ, ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਹੈ ਅੰਦਰ ਨੂੰ ਟਿਕਾ ਕੇ, ਇਹ ਗੱਲ ਨੂੰ ਧਿਆਨ ਨਾਲ ਸੁਣਿਓ, ਅੰਦਰ ਨੂੰ ਟਿਕਾ ਕੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਿਓ, ਮਹਾਰਾਜ ਸਾਡੇ ਤੇ ਮਿਹਰ ਕਰੋ, ਅਸੀਂ ਬਾਣੀ ਤੋਂ ਬਗੈਰ ਜੀ ਨਾ ਸਕੀਏ ਜੀ। ਜਿਵੇਂ ਤੁਹਾਡੇ ਅੰਦਰ ਬੈਰਾਗ ਹੈ, ਪ੍ਰੇਮ ਹੈ, ਮਹਾਰਾਜ ਸਾਡਾ ਨਾਮ ਨਾਲ ਇਸ ਤਰ੍ਹਾਂ ਦਾ ਪ੍ਰੇਮ ਪਵੇ। ਗੁਰੂ ਗ੍ਰੰਥ ਸਾਹਿਬ 'ਚ ਬਹੁਤ ਪ੍ਰਮਾਣ ਹੈ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੇ ਮਛਲੀ ਨੀਰ। ਇੱਕ ਥਾਂ ਤੇ ਮਹਾਰਾਜ ਬਾਣੀ 'ਚ ਲਿਖਦੇ, ਕਹਿੰਦੇ ਮੱਛੀ ਨੂੰ ਲਿਆਂਦਾ, ਉਹਨੂੰ ਕੱਟਤਾ, ਉਹਨੂੰ ਭੁੰਨ ਦਿੱਤਾ, ਉਹਨੂੰ ਚੱਬ ਚੱਬ ਕੇ ਖਾ ਵੀ ਲਿਆ, ਪਾਣੀ ਦੇ ਨਾਲ ਉਹਦੀ ਇੰਨੀ ਜ਼ਿਆਦਾ ਪ੍ਰੀਤ ਹੈ, ਫਿਰ ਵੀ ਉਹ ਪਾਣੀ ਨਾਲੋਂ ਪ੍ਰੀਤ ਨਹੀਂ ਤੋੜਦੀ। ਜਿਹਨੇ ਮਛਲੀ ਖਾਧੀ ਹੈ ਉੱਠ ਕੇ ਰਾਤ ਪਾਣੀ ਪੀਏਗਾ, ਕਿਉਂਕਿ ਉਹਦੀ ਪਾਣੀ, ਮਛਲੀ ਜੋ ਅੰਦਰ ਹੈ ਨਾ, ਉਹਦੇ ਪਾਣੀ ਨਾਲ ਪ੍ਰੇਮ ਹੈਗਾ। ਮਹਾਰਾਜ ਕਹਿੰਦੇ ਮੀਨ ਪਕੜ ਫਾਂਕਿਓ ਅਰ ਰਾਂਧਿਓ। ਮਹਾਰਾਜ ਕਹਿਣ ਲੱਗੇ ਮਛਲੀ ਫੜ ਕੇ ਉਹਨੂੰ ਵੱਢਿਆ, ਰਾਂਧ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਅੱਜ ਮਹਾਰਾਜ ਕਹਿੰਦੇ ਜਿਹ ਬਿਦ ਜਲ ਕੋ ਮੀਨ, ਜਿਹ ਬਿਦ ਜਲ ਕੋ ਮੀਨ। ਗੱਜ ਕੇ ਕਹਿੰਦਿਆਂ ਅਰਦਾਸ ਵੀ ਕਰੋ, ਮਹਾਰਾਜ ਤੁਸੀਂ ਪਹਿਲੇ ਸ਼ਲੋਕ 'ਚ ਕਿਰਪਾ ਕੀਤੀ, ਇੰਜ ਵਾਹਿਗੁਰੂ ਨਾਲ ਪ੍ਰੇਮ ਕਰਨਾ ਜਿਵੇਂ ਜਲ ਕੋ, ਜਲ ਨਾਲ ਮੱਛੀ ਦਾ ਹੈ, ਇਸ ਤਰ੍ਹਾਂ ਪ੍ਰੀਤ ਕਰ, ਇਸ ਤਰ੍ਹਾਂ ਉਹਦੇ ਗੁਣ ਗਾ। ਮਹਾਰਾਜ ਸਾਡੇ ਤੇ ਮਿਹਰ ਕਰੋ। ਕਿਵੇਂ ਦੀ? ਜਿਹ ਬਿਦ ਜਲ ਕੋ ਮੀਨ, ਜਿਹ ਬਿਦ ਜਲ ਕੋ ਮੀਨ। ਜਿਹ ਬਿਦ ਜਲ ਕੋ ਮੀਨ, ਜਿਹ ਬਿਦ ਜਲ ਕੋ ਮੀਨ। ਹੁਣ ਗੁਰੂ ਇਹਨੂੰ ਭਾਵਨਾ ਨਾਲ ਗੱਲ ਨੂੰ ਸਮਝਣ ਦਾ ਯਤਨ ਕਰਿਓ। ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿਤਾ ਸਾਨੂੰ, ਸਿੱਖਾ ਜੇ ਤੂੰ ਗੋਬਿੰਦ ਦੇ ਗੁਣ ਨਹੀਂ ਗਾਏ, ਤੇਰੀ ਹੁਣ ਤੱਕ ਦੀ ਜ਼ਿੰਦਗੀ ਵਿਅਰਥ ਹੈ। ਕਹਿਣ ਲੱਗੇ ਕੋਈ ਤੇਰੀ ਉਮਰ ਲੇਖੇ 'ਚ ਨਹੀਂ, ਉਮਰ ਉਹਾ ਵਿੱਚ ਲੇਖੇ ਜੋ ਯਾਦ ਸਾਈਂ ਵਿੱਚ ਗੁਜ਼ਰੇ। ਹੁਣ ਤੱਕ ਤੇਰੀ ਜ਼ਿੰਦਗੀ ਕੋਈ ਲੇਖੇ 'ਚ ਨਹੀਂ। ਇਸ ਤਰ੍ਹਾਂ ਉਹਦੇ ਨਾਲ ਪਿਆਰ ਕਰ, ਜਿਵੇਂ ਐਵੇਂ ਉਹਦਾ ਜਸ ਗਾ, ਐਵੇਂ ਉਹਨੂੰ ਭੱਜ। ਮਹਾਰਾਜ ਕਹਿਣ ਲੱਗੇ ਜਿਵੇਂ ਮੱਛੀ ਪਾਣੀ ਨੂੰ ਪ੍ਰੇਮ ਕਰਦੀ ਹੈ। ਮਹਾਰਾਜ ਨੂੰ ਕਹੋ ਮਹਾਰਾਜ ਸਾਡੀ ਅਵਸਥਾ ਬਣਾਓ ਪਿਆਰ ਵਾਲੀ, ਕੈਸੀ? ਜਿਹੜੀ ਮਛਲੀ ਦੀ ਪਾਣੀ ਦੇ ਨਾਲ ਹੈ। ਜਿਹ ਬਿਦ ਜਲ ਕੋ ਮੀਨ, ਜਿਹ ਬਿਦ ਜਲ ਕੋ ਮੀਨ। ਐ ਗੱਜ, ਕੋਈ ਰਸਨਾਬਾਜ਼ੀ ਨਾ ਰਹੇ। ਇਹ ਅਰਦਾਸ ਕਰਨੀ, ਤਰਲਾ ਲੈਣਾ। ਜਿਹ ਬਿਦ ਜਲ ਕੋ ਮੀਨ, ਜਿਹ ਬਿਦ ਜਲ ਕੋ ਮੀਨ। ਸਤਿਗੁਰੂ ਮਿਹਰ ਕਰਨ, ਸਾਨੂੰ ਅਵਸਥਾ ਬਖਸ਼ਣ, ਪਿਆਰ ਬਖਸ਼ਣ। ਆਉਂਦਿਆਂ ਰੋਜ਼ ਮੇਰਾ ਬੇਨਤੀ ਸੁਣਿਓ, ਜਿੰਨੇ ਤੁਸੀਂ ਅੱਜ ਆ ਗਏ ਹੋ ਰੋਜ਼ ਯਤਨ ਕਰਿਓ। ਜਿੰਨੇ ਦਿਨ ਮਹਾਰਾਜ ਜੀ ਦੀ ਇਸ ਸ਼ਲੋਕਾਂ ਦੀ ਵਿਆਖਿਆ ਚੱਲਣੀ ਹੈ, ਜ਼ਰੂਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਆ ਕੇ ਬੈਠੀਏ,
ਸਤਿਗੁਰੂ ਜੀ ਦੇ ਕੋਲੋਂ ਪੁੱਛੀਏ, ਮਹਾਰਾਜ ਸਾਡਾ ਕਿਵੇਂ ਭਲਾ ਹੋਏਗਾ। ਤੁਸੀਂ ਕਥਾ ਸੁਣੀ ਨਾ, ਸਿੱਖ ਆ ਕੇ ਪੁੱਛਦੇ ਮਹਾਰਾਜ ਨੂੰ, ਮਹਾਰਾਜ ਸਾਡਾ ਕਿਵੇਂ ਭਲਾ ਹੋਏਗਾ। ਅਸੀਂ ਵੀ ਮਹਾਰਾਜ ਨੂੰ ਬੇਨਤੀ ਕਰੀਏ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ। ਸੱਜਣ